ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਪੁਨ ਸਤਿਗੁਰੂ ਵਿਚਾਰ ਕੈ ਸੰਮਤ ਬ੍ਰਿਧ ਤੇ ਆਦ। ਚਹਤ ਰਚਿਓ ਨਿਜ ਸਦਨ ਕੋ
ਜਿਸ ਕੀ ਥਿਰ ਬੁਨਿਆਦ। ਪੁਨ ਸਤ ਗੁਰੂ ਵਿਚਾਰ ਕੈ, ਸੰਮਤ ਬ੍ਰਿਧ ਤੇ ਆਦ। ਚਹਤ ਰਚਿਓ ਨਿਜ ਸਦਨ ਕੋ, ਜਿਸ ਕੀ ਥਿਰ ਬੁਨਿਆਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਵਾਜ। दास पातशाहियों जी के पावन पवित्र स्वरूप, करुणा निधान निहचल चौर छतर तख्त के मालिक, धन धन साहिब आदि श्री गुरु ग्रंथ साहिब जी महाराज सच्चे सतगुरां दे ਪਾਵਨ ਪਵਿੱਤਰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋਇਆ ਹੈ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਲੜੀਵਾਰ ਰੂਪ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਪ ਜੀ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸ਼ਰਵਣ ਕਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਕਰਦੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਕਥਾ ਪਿਛਲੇ ਦਿਨਾਂ ਤੋਂ ਆਪਾਂ ਸ਼ਰਵਣ ਕਰ ਰਹੇ ਹਾਂ ਕਿ ਕਿਵੇਂ ਗੁਰੂ ਕਾ ਚੱਕ ਜਾਂ ਰਾਮਦਾਸਪੁਰਾ ਨਗਰ ਹਜ਼ੂਰ ਨੇ ਬੜੀ ਕਿਰਪਾ ਪਰਉਪਕਾਰ ਕਰਦਿਆਂ ਵਸਾਇਆ ਤੇ ਅੰਮ੍ਰਿਤ ਸਰੋਵਰ ਦੀ ਸੇਵਾ ਕਿਵੇਂ ਗੁਰਸਿੱਖਾਂ ਨੇ ਕਰਦਿਆਂ ਹੋਇਆ ਆਪਣੇ ਵੱਡੇ ਭਾਗ ਜਾਣੇ ਮਨ ਇੱਛੇ ਫਲਾਂ ਦੀ ਪ੍ਰਾਪਤੀ ਕੀਤੀ ਹੈ। ਸੰਸਾਰ ਦੇ ਕੋਈ ਕੋਨੇ ਵਿੱਚ ਕਿਸੇ ਦਿਸ਼ਾ ਵਿੱਚ ਕੋਈ ਇਹੋ ਜਿਹੀ ਜਗ੍ਹਾ ਨਗਰ ਨਹੀਂ ਜਿੱਥੇ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸ਼ੋਭਾ ਨਹੀਂ ਹੋ ਰਹੀ। ਸਾਰਾ ਸੰਸਾਰ ਸਤਿਗੁਰਾਂ ਦੀ ਉਜਲ ਸ਼ੋਭਾ ਦੇ ਨਾਲ ਭਰਿਆ ਹੋਇਆ ਹੈ। ਇਹ ਗੱਲ ਸਾਰੇ ਸੰਸਾਰ ਵਿੱਚ ਵਿਦਿਤ ਹੈ, ਹੋ ਰਹੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਵਿੱਤਰ ਅੰਮ੍ਰਿਤ ਸਰੋਵਰ ਦੀ ਖੁਦਾਈ ਉਹਨੂੰ ਪੱਕਿਆਂ ਕਰਾਉਣ ਦੀ ਬੜੀ ਮਹਾਨ ਸੇਵਾ ਪਰਉਪਕਾਰ ਹਿਤ ਕਰਵਾ ਰਹੇ ਸਿੱਖਾਂ ਪਾਸੋਂ। ਤੋ ਸਾਧ ਸੰਗਤ ਜੀ, ਜਿੱਥੇ ਸੰਸਾਰੀ ਜੀਵ ਮਨ ਵਿੱਚ ਕਾਮਨਾ ਰੱਖ ਕੇ ਇਹ ਸਰੋਵਰ ਦੀ ਸੇਵਾ ਕਰਨ ਆਏ, ਉੱਥੇ ਜਿਸਕਾ ਕਾਰਜ ਤਿਨਿ ਕੀਆ, ਭਾਵ ਅਕਾਲ ਪੁਰਖ ਪਰਮੇਸ਼ਰ ਵੀ ਮਜ਼ਦੂਰ ਦਾ ਭੇਸ ਧਾਰ ਕੇ ਤੇ ਸੰਸਾਰ ਨੂੰ ਇਹ ਜਣਾਇਆ ਵੀ ਸੇਵਾ ਵੱਡੀ ਹੈ। ਦੂਜਾ, ਸੇਵਾ ਕਰਨ ਵਾਲੇ ਜਿਹੜੇ ਭਗਤ ਹੈ
ਅਸੀਂ ਭਗਤਾਂ ਦੇ ਪ੍ਰੀਤ ਦੇ ਵਸ ਹਾਂ। ਪਰਮੇਸ਼ਰ ਦੋ ਸਰੂਪ ਹੋਇਆ, ਇੱਕ ਸੱਚਖੰਡ ਵਿੱਚੋਂ ਮਜ਼ਦੂਰ ਰੂਪ ਧਾਰ ਕੇ ਆ ਰਹੇ ਆ, ਇੱਕ ਸੱਦਣ ਵਾਲੇ ਆ। ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਭਗਤ ਰੂਪ ਹੋ ਰਹੇ ਆ ਤੇ ਪਰਮੇਸ਼ਰ ਅਕਾਲ ਪੁਰਖ ਹੈ। ਤੇ ਆਪ ਹੀ ਇਹ ਦੋ ਰੂਪ ਧਾਰ ਲਏ, ਭਗਤ ਦਾ ਰੂਪ ਬਣਾ ਲਿਆ ਵੀ ਗੁਰੂ ਅਰਜਨ ਦੇਵ ਜੀ ਭਗਤ ਬਣ ਕੇ ਖੁਦ ਆਪ ਹੀ ਤੇ ਆਪ ਹੀ ਇਹ ਜਣਾ ਦਿੱਤਾ ਵੀ ਅਸੀਂ ਭਗਤਾਂ ਦੀ ਟੋਕਰੀ ਢੋਣ ਨੂੰ ਤਿਆਰ ਹਾਂ। ਜਿਹੜਾ ਹਰਿਮੰਦਰ ਸਾਹਿਬ ਸੱਚਖੰਡ ਵਾਲਾ ਸਥਾਨ ਹੈ, ਇਹਦੀਆਂ ਨੀਹਾਂ ਸਾਧ ਸੰਗਤ ਜੀ ਫਿਰ ਪਰਮੇਸ਼ਰ ਨੇ ਆਪ ਪੁੱਟੀਆਂ, ਨਾਲ ਦੇਵੀ ਦੇਵਤੇ ਵੀ ਆ ਕੇ ਲੱਗੇ ਕਿ ਬ੍ਰਹਮਾ ਵਿਸ਼ਨੂੰ ਇੰਦਰ ਮਹਾਦੇਵ ਸਾਰੇ। ਤੇ ਇਸ ਤਰ੍ਹਾਂ ਸੇਵਾ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਣ ਗਏ ਵੀ ਕਾਬਲ ਕੰਧਾਰ ਤੋਂ ਕੁਝ ਸੰਗਤਾਂ ਆਈਆਂ ਨਹੀਂ ਅੱਜ ਬਹੁਤੀਆਂ, ਪਰ ਭੀੜ ਬਹੁਤ ਲੱਗੀ ਹੋਈ ਹੈ, ਕੀ ਕਾਰਨ ਹੈ? ਤੇ ਹਜ਼ੂਰ ਜਾਣ ਗਏ ਵੀ ਇਹ ਤਾਂ ਹੋਰ ਕੌਣ ਹੋ ਸਕਦਾ, ਪਰਮੇਸ਼ਰ ਹੈ। ਤੇ ਪਰਮੇਸ਼ਰ ਅਕਾਲ ਪੁਰਖ ਦੇ ਜਾਤ ਸਨਮੁਖ ਖੜੇ ਹੋਏ, ਬੜਾ ਪ੍ਰੇਮ ਵਧਾਇਆ, ਸੋਭਾ ਕੀਤੀ। ਸੂਹੀ ਰਾਗ ਅੰਦਰ ਮਹਾਰਾਜ ਨੇ ਫਿਰ ਸ਼ਬਦ ਉਚਾਰਿਆ ਸੀ ਪਰਮੇਸ਼ਰ ਦੇ ਸਨਮੁਖ ਖੜ ਕੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਪਰਮੇਸ਼ਰ ਨੂੰ ਸੋਭਾ ਜਣਾਉਂਦਿਆਂ ਸਿਫਤੀ ਕਰਦਿਆਂ ਹੋਏ ਆਖਿਆ ਕਿ ਜਿਸ ਕਾ ਕਾਰਜ ਤਿਨਿ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਸੱਚੇ ਪਾਤਸ਼ਾਹ, ਤੁਹਾਡਾ ਕਾਰਜ ਹੈ, ਤੁਹਾਡਾ ਘਰ ਬਣ ਰਿਹਾ, ਹਰੀ ਮੰਦਰ ਬਣ ਰਿਹਾ, ਤੁਸੀਂ ਕੀਤਾ ਹੈ। ਇਸ ਲਈ ਹੈ ਪ੍ਰਭੂ ਪਰਮੇਸ਼ਰ ਜੀ, ਸਰੋਵਰ ਦੀ ਤਾਲ ਦੀ ਸੇਵਾ ਜਿਹਦਾ ਕਾਰਜ ਤੁਸੀਂ ਆਪ ਹੀ ਕਰ ਰਹੇ ਹੋ, ਅਸੀਂ ਕੌਣ ਹਾਂ? ਇਸ ਤਰ੍ਹਾਂ ਦੀ ਸੋਭਾ ਦੇ ਸ਼ਬਦ ਗਾਏ। ਉਸ ਤੋਂ ਬਾਅਦ ਸਤ ਸੰਗਤ ਜੀ ਪਰਮੇਸ਼ਰ ਨੇ ਗਲਵੱਕੜੀ ਵਿੱਚ ਲਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੂੰ। ਸਾਡੇ ਕਰਕੇ ਇਹ ਦੋ ਰੂਪ ਧਾਰੇ ਹੋ, ਹੈ ਤਾਂ ਇੱਕ ਹੀ ਗੁਰੂ ਅਰਜਨ ਪ੍ਰਤੱਖ ਹਰ। ਇੱਥੋਂ ਫਿਰ ਪਰਮੇਸ਼ਰ ਦੇ ਜਾਣ ਤੋਂ ਬਾਅਦ ਦੇਵੀ ਦੇਵਤੇ ਮਹਾਰਾਜ ਦੇ ਚਰਨੀ ਪਏ, ਵੀ ਆਪੋ ਆਪਣੀਆਂ ਪੁਰੀਆਂ ਨੂੰ ਗਏ। ਕੁਝ ਕੁ ਸਿੱਖ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਸਨ, ਉਹਨਾਂ ਹਜ਼ੂਰ ਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਅੱਜ ਕੋਈ ਸੰਗਤ ਆਈ ਨਹੀਂ ਬਹੁਤੀ, ਤੇ ਸੇਵਾ ਬਹੁਤ ਹੋ ਗਈ ਆ। ਹਰਿਮੰਦਰ ਦੀਆਂ ਨੀਹਾਂ ਕਿੰਨੀਆਂ ਡੂੰਘੀਆਂ ਪੁੱਟੀਆਂ ਜਾ ਚੁੱਕੀਆਂ। ਜਿਹੜੇ ਸੇਵਾ ਕਰਦੇ ਸੀ ਵੱਖਰੇ ਹੀ ਭੇਸ ਵਾਲੇ, ਸੋਹਣੇ ਸੁੰਦਰ ਲਿਬਾਸ ਵਾਲੇ, ਚਿਹਰਿਆਂ ਮੋਹਰਿਆਂ ਵਾਲੇ ਕੌਣ ਹੈ? ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੱਸਿਆ ਵੀ ਇਹ ਦੇਵੀ ਦੇਵਤੇ ਇਸ ਘਰ ਦੀ ਸੇਵਾ ਕਰਨ ਵਾਸਤੇ ਆਏ, ਕਿਉਂਕਿ ਪਰਮੇਸ਼ਰ ਦਾ ਘਰ ਬਣ ਰਿਹਾ ਹੈ, ਹਰੀ ਮੰਦਰ ਬਣ ਰਿਹਾ ਹੈ। ਤੋ ਇਸ ਤਰ੍ਹਾਂ ਦੀ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ। ਤੇ ਫਿਰ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸਿਆ ਸੀਗਾ ਵੀ ਲਹਿੰਦੇ ਵਾਲੇ ਪਾਸੇ ਨੂੰ ਪੌੜੀਆਂ ਦੇਣੀਆਂ, ਪੁਲ ਦੇਣਾ ਹੈ। ਸਰੋਵਰ ਦੇ ਵਿੱਚ ਸਥਾਨ ਬਣੇਗਾ, 4 ਇਹਦੇ ਦਰਵਾਜ਼ੇ ਹੋਣਗੇ, ਲਹਿੰਦੇ ਵਾਲੇ ਪਾਸਿਓਂ ਪੁਲ ਆਵੇਗਾ, ਉੱਥੇ ਦਰਸ਼ਨੀ ਡਿਉੜੀ ਬਣੇਗੀ। ਸਾਰਾ ਨਕਸ਼ਾ ਜਿਹੜਾ ਹੈ ਉਹ ਪਰਮੇਸ਼ਰ ਨੇ ਆਪ ਦਿੱਤਾ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ। ਤੋ ਅੱਗੇ ਜਿਵੇਂ ਸਾਧ ਸੰਗਤ ਜੀ ਪ੍ਰਸੰਗ ਹਰਿਮੰਦਰ ਬਣਨ ਦਾ ਆ ਰਿਹਾ ਹੈ, ਇਹ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦਾ ਸਥਾਨ ਕਿਵੇਂ ਬਣਿਆ, ਉਹ ਜਿਵੇਂ ਕਥਾ ਆਉਂਦੀ ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਗੁਰੂ ਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਹਿਰਦੇ ਵਸਾਈਏ ਜੀ। ਰਸਨਾ ਕਰੀਏ ਪਵਿੱਤਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਸਤਿਗੁਰੂ ਵਿਚਾਰ ਕੈ। ਸੋ ਇਸ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਸਤਿਗੁਰਾਂ ਨੂੰ ਸਾਰੀ ਨਿਸ਼ਾਨਦੇਹੀ ਦੇ ਕੇ ਗਏ ਵੀ ਇਸ ਤਰ੍ਹਾਂ ਦਾ ਪਾਵਨ ਪਵਿੱਤਰ ਸਥਾਨ ਸਾਡਾ ਘਰ ਬਣੇ, ਜਿੱਥੇ ਸੰਸਾਰ ਦੇ ਵਿੱਚ ਭਗਤ ਪ੍ਰੇਮੀ ਗੁਰਸਿੱਖ ਸਾਡੀ ਸ਼ੋਭਾ ਕਰਿਆ ਕਰਨਗੇ। ਬੜਾ ਆਨੰਦ ਵਧੇਗਾ, ਸੰਸਾਰ ਵਿੱਚ ਬੜਾ ਪ੍ਰਸਿੱਧ ਸਥਾਨ ਹੋਵੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਸਾਰੀ ਗੱਲਬਾਤ ਵਿਚਾਰੀ ਹੈ। ਸੰਮਤ ਬ੍ਰਿਧ ਤੇ ਆਦ ਤੇ ਧੰਨ ਧੰਨ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਦੀ ਸਲਾਹ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਭਗਤੂ ਜੀ, ਹੋਰ ਸਿਆਣਿਆਂ ਗੁਰਸਿੱਖਾਂ ਦੀ ਸਲਾਹ ਦੇ ਨਾਲ ਚਹਿਤ ਰਚਿਓ ਨਿਜ ਸਦਨ ਕੋ। ਸੱਚੇ ਪਾਤਸ਼ਾਹ ਜੀ ਸੁੰਦਰ ਆਪਣਾ ਘਰ ਹਰੀ ਮੰਦਰ ਦਾ ਸਥਾਨ ਬਣਾਉਣਾ ਚਾਹੁੰਦੇ ਆ। ਜਿਸ ਕੀ ਥਿਰ ਬੁਨਿਆਦ ਤੇ ਜਿਸ ਪਾਵਨ ਪਵਿੱਤਰ ਸਥਾਨ ਦੀ ਜਿਹੜੀ ਬੁਨਿਆਦ ਹੋਵੇਗੀ ਉਹ ਥਿਰ ਹੋਵੇਗੀ, ਜੁਗੋ ਜੁਗ ਅਟਲ ਇਹ ਪਵਿੱਤਰ ਹਰਮੰਦਰ ਸਾਹਿਬ ਦਾ ਸਥਾਨ ਬਣੇ। ਇਹੋ ਜੀ ਮਨ ਵਿੱਚ ਸੋਚ ਵਿਚਾਰ ਸਤਿਗੁਰਾਂ ਦੇ। ਚੌਪਈ ਸੁਣ ਕੈ ਸਿੱਖ ਆਦਿਕ ਗੁਰਦਾਸ। ਤੇ ਸਤਿਗੁਰਾਂ ਤੋਂ ਸੁਣਿਆ ਵੀ ਹੁਣ ਹਰਮੰਦਰ ਸਾਹਿਬ ਦਾ ਪਾਵਨ ਸਥਾਨ ਬਣਾਇਆ ਜਾਵੇ। ਭਾਈ ਗੁਰਦਾਸ ਜੀ ਤੋਂ ਆਦਿਕ ਹੋਰ ਸਿੱਖਾਂ ਨੇ ਜਦੋਂ ਸੁਣਿਆ ਹੈ, ਭਗਤੂ ਬਹਿਲੋ ਤਰੇ ਹੁਲਾਸ। ਜਿਹਦੇ ਵਿੱਚ ਧੰਨ ਭਾਈ ਭਗਤੂ ਜੀ, ਭਾਈ ਮੰਝ ਜੀ, ਭਾਈ ਬਹਿਲੋ ਜੀ, ਹੋਰ ਬੜੇ ਗੁਰਸਿੱਖ ਗੁਰਮੁਖ ਪਿਆਰਿਆਂ ਨੇ ਬੜਾ ਉਤਸ਼ਾਹ ਵਿਖਾਇਆ ਹੈ। ਸਰ ਅੰਦਰ ਹਰਮੰਦਰ ਸੁੰਦਰ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਸਥਾਨ ਗਰੀਬ ਨਵਾਜ ਸਭ ਸਿੱਖਾਂ ਨੂੰ ਕਹਿੰਦੇ ਆ ਕਿ ਸਰੋਵਰ ਦੇ ਅੰਦਰ ਹਰਮੰਦਰ ਸਾਹਿਬ ਦਾ ਪਵਿੱਤਰ ਸਥਾਨ ਜਿਹੜਾ ਬਣੇਗਾ ਸੁੰਦਰ। ਸਿਰਜਹਿ ਸਮਤਾ ਲਹਿ ਨਾ ਪੁਰੰਦਰ। ਤੇ ਅਸੀਂ ਇਹੋ ਜਿਹਾ ਸਥਾਨ ਬਣਾਵਾਂਗੇ, ਪੁਰੀਆਂ ਦੇ ਅੰਦਰ ਕੋਈ ਵੀ ਸਥਾਨ ਇਹਦੀ ਬਰਾਬਰੀ ਨਹੀਂ ਕਰ ਸਕੇਗਾ। ਬ੍ਰਹਮਾ ਦੀ ਬ੍ਰਹਮਪੁਰੀ, ਵਿਸ਼ਨੂੰ ਦੀ ਵਿਸ਼ਨੂਪੁਰੀ, ਸ਼ਿਵ ਦੀ ਸ਼ਿਵਪੁਰੀ, ਇੰਦਰ ਦੀ ਇੰਦਰਪੁਰੀ, ਸਵਰਗ ਆਦਿਕ ਇਸ ਸਥਾਨ ਦੇ ਵਰਗਾ ਸੁੰਦਰ ਸਥਾਨ ਕਿਸੇ ਪੁਰੀ ਵਿੱਚ ਨਹੀਂ ਹੋਵੇਗਾ। ਸੁਣ ਸਿੱਖਣ ਉਤਸਾਹੋ ਬਡੇਰਾ। ਮਹਾਰਾਜ ਤੋਂ ਇਹ ਬਚਨ ਸੁਣ ਸੁਣ ਕੇ ਸਿੱਖਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੋ ਰਿਹਾ ਹੈ, ਬੜਾ ਪ੍ਰੇਮ ਹੋ ਰਿਹਾ ਹੈ। ਪੰਚਾਮ੍ਰਿਤ ਕਰਵਾਏ ਕਨੇਰਾ। ਤੇ ਗਰੀਬ ਨਵਾਜ ਨੇ ਸਿੱਖਾਂ ਨੂੰ ਕਹਿ ਕਰਕੇ ਬੜੀ ਖੁੱਲੀ ਮਾਤਰਾ ਵਿੱਚ ਦੇਗ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਹੈ। ਗਮਨੇ ਗੁਰੂ ਤਾਲ ਕੇ ਮਾਹੀ। ਤੇ ਇਸ ਤਰ੍ਹਾਂ ਕਹਿ ਕੇ ਸੱਚੇ ਪਾਤਸ਼ਾਹ ਜੀਆਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਤੇ ਪਵਿੱਤਰ ਸਰੋਵਰ ਵਿੱਚ ਜਾ ਸੱਚੇ ਪਾਤਸ਼ਾਹ ਜੀ ਖੜੇ ਆ। ਸੰਗਤ ਬ੍ਰਿੰਦ ਸੰਗ ਮੈਂ ਜਾਹੀ। ਤੇ ਸਾਰੀ ਸੰਗਤ ਹਜੂਰ ਦੇ ਨਾਲ ਪਵਿੱਤਰ ਸਰੋਵਰ ਵਿੱਚ ਉਤਰਨ ਲੱਗੀ ਆ। ਜੇ ਬਣਿਆ ਜਲ ਨਹੀਂ ਭਰਿਆ ਸਰੋਵਰ ਵਿੱਚ, ਤੋ ਸਾਰੀ ਸੰਗਤ ਸਰੋਵਰ ਵਿੱਚ ਖੜੀ ਹੋ ਗਈ, ਮਹਾਰਾਜ ਦੇ ਨਾਲ ਤੁਰ ਪਈ ਹੈ। ਕਾਰੀਗਰਨ ਬੁਲਾਵਨ ਠਾਨਾ। ਗਰੀਬ ਨਵਾਜ ਨੇ ਫਿਰ ਜਿਹੜੇ ਕੋਈ ਰਾਜ ਮਿਸਤਰੀ ਆਏ ਹੋਏ ਸੀ, ਜਿਨ੍ਹਾਂ ਹਰਮੰਦਰ ਸਾਹਿਬ ਦੀ ਨੀਂਵ ਰੱਖਣੀ ਹੈ, ਉਹਨਾਂ ਮਿਸਤਰੀਆਂ ਨੂੰ ਸਤਿਗੁਰਾਂ ਪਾਸ ਬੁਲਾਇਆ ਹੈ। ਸ਼੍ਰੀ ਮੁਖ ਤੇ ਸਭ ਬਿਉਂਤ ਬਖਾਨਾ। ਤੇ ਉਹ ਕਿਵੇਂ ਕਿਵੇਂ ਬਣੇ ਵੀ ਇਹਦਾ ਲਹਿੰਦੇ ਪਾਸੇ ਪੁਲ ਬਣੇਗਾ, ਦਰਵਾਜ਼ਾ ਹੋਵੇਗਾ। ਜਿਵੇਂ ਜਿਵੇਂ ਉਹ ਪਾਵਨ ਸਥਾਨ ਬਣਾਉਣਾ ਹੈ ਨਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਮਿਸਤਰੀ ਨੂੰ ਸਾਰਾ ਹੀ ਨਕਸ਼ਾ ਦੱਸਣਾ ਕੀਤਾ, ਵਿਉਂਤ ਦੱਸ ਦਿੱਤੀ ਹੈ। ਹਰ ਮੰਦਰ ਇਸ ਰੀਤ ਬਨਾਵਹ। ਗਰੀਬ ਨਵਾਜ ਕਹਿੰਦੇ ਹੈ ਰਾਜ ਮਿਸਤਰੀ ਭਾਈ ਗੁਰਮੁਖਾ, ਇਹ ਹਰੀ ਮੰਦਰ ਪਾਵਨ ਸਥਾਨ ਜਿਹੜਾ ਨਾ ਇਸ ਤਰ੍ਹਾਂ ਆਪਾਂ ਬਣਾਉਣਾ ਹੈ ਚਾਰ ਦੁਆਰ ਚਾਹੋਂ ਦਿਸ਼ਨ ਰਖਾਵਹ। ਕਿ ਇਹਦੇ 4 ਦਰਵਾਜ਼ੇ ਹੋਣਗੇ ਤੇ ਚਾਰੇ ਦਿਸ਼ਾਂ ਵਾਲੇ ਪਾਸੇ ਖੁੱਲਣਗੇ। 4 ਦਰਵਾਜ਼ੇ ਚਾਰੇ ਪਾਸੇ ਰੱਖਣੇ ਹਨ। ਨਗਰ ਦਿਸ਼ਾ ਸਰਸੇ ਤਰ ਚੀਜ ਹੈ। ਤੇ ਇਸ ਤਰ੍ਹਾਂ ਜਿਹੜਾ ਨਗਰ ਦੀ ਦਿਸ਼ਾ ਵਾਲੇ ਪਾਸੇ, ਭਾਵ ਲਹਿੰਦੇ ਵਾਲੇ ਪਾਸੇ, ਉਦੋਂ ਸਾਧ ਸੰਗਤ ਜੀ ਨਗਰ ਸੀ ਇਹ ਰਮਦਾਸਪੁਰਾ, ਤੇ ਚੜ੍ਹਦੇ ਵਾਲੇ ਪਾਸੇ ਕੋਈ ਵਸੋਂ ਨਹੀਂ ਸੀ। ਇਹ ਪਹਿਲਾਂ ਗੁਰੂ ਕੇ ਮਹਿਲ, ਹੁਣ ਤੁਸੀਂ ਜਾਓ ਨਾ, ਉਹ ਅਕਾਲ ਤਖਤ ਸਾਹਿਬ ਦੇ ਬਿਲਕੁਲ ਮਗਰਲੇ ਪਾਸੇ ਹੈ ਤਾਂ ਥੋੜਾ ਕੋਈ 500 ਮੀਟਰ ਦੀ ਸ਼ਾਇਦ ਦੂਰੀ ਤੇ ਹੋਵੇ, ਸ਼ਹਿਰ ਕਰਕੇ ਨਹੀਂ ਪਤਾ ਲੱਗਦਾ।
ਪਹਿਲਾਂ ਉਧਰੋਂ ਸ਼ਹਿਰ ਵਸਿਆ ਸੀ ਲਹਿੰਦੇ ਵਾਲੇ ਪਾਸਿਓਂ, ਫਿਰ ਚੜ੍ਹਦੇ ਵਾਲੇ ਪਾਸੇ ਨੂੰ ਵਸਣਾ ਸ਼ੁਰੂ ਹੋਇਆ। ਮਹਾਰਾਜ ਕਹਿੰਦੇ ਆ ਵੀ ਨਗਰ ਵਾਲੇ ਪਾਸੇ ਦਾ ਮੂੰਹ ਰੱਖਣਾ, ਭਾਵ ਉਦੋਂ ਨਗਰ ਫਿਰ ਲਹਿੰਦੇ ਵਾਲੇ ਪਾਸੇ ਸੀ ਨਾ, ਛਿਪਦੇ ਵਾਲੇ ਪਾਸੇ ਇਹਦੇ ਪੁਲ ਜਿਹੜਾ ਹੋਵੇਗਾ ਇਸ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਸਤੇ ਰਚਨਾ ਹੈ। ਦੁਆਰ ਦਰਸ਼ਨੀ ਸਰ ਤਟ ਕੀਜਹਿ, ਤੇ ਦਰਸ਼ਨੀ ਡਿਉੜੀ ਦਰਸ਼ਨੀ ਦਰਵਾਜ਼ਾ ਜਿਹੜਾ ਉਹ ਸਰੋਵਰ ਦੇ ਕੰਢੇ ਰੱਖਿਆ ਜਾਵੇਗਾ। ਹਰਿ ਮੰਦਰ ਕੀ ਕੁਰਸੀ ਸਾਰਹਾ, ਤੇ ਹਰਿਮੰਦਰ ਸਾਹਿਬ ਦੀ ਕੁਰਸੀ ਜਿਹੜੀ ਬੁਨਿਆਦ ਜਿਹਨੂੰ ਆਪਾਂ ਹੁਣ ਕਹਿ ਦਿੰਦੇ ਆ ਨਾ, ਥੱਲੇ ਵਾਲੇ ਲੈਂਟਰ ਤੀਕਰੋਂ ਬੈੱਡ ਭਰ ਜਾਂਦਾ ਉੱਤੇ ਫਿਰ ਉਹ ਸਾਰੀ ਕਰਦੇ ਆ, ਉਹਨੂੰ ਕੁਰਸੀ ਕਹਿੰਦੇ ਆ। ਤੋ ਹਰਿਮੰਦਰ ਸਾਹਿਬ ਦੀ ਜਿਹੜੀ ਕੁਰਸੀ ਭਾਵ ਥੱਲੇ ਵਾਲਾ ਥੜਾ ਜਿਹੜਾ ਬੈੱਡ ਬਣਨਾ ਜਿਹਦੇ ਉੱਤੇ ਉਸਾਰਿਆ ਜਾਣਾ ਪਾਵਨ ਸਥਾਨ, ਫਿਰ ਉਹ ਸੁੰਦਰ ਬਣਾਉਣਾ ਹੈ, ਉਹ ਬਣਾਉਣਾ ਕਰੀਏ ਜੀ। ਤਾਲ ਨੀਰ ਤੇ ਉਰਧ ਉਠਾ ਰਹਾ, ਤੇ ਉਸ ਤੋਂ ਬਾਅਦ ਜਿਹੜਾ ਪਾਵਨ ਸਥਾਨ ਹੈ ਉਹ ਸਰੋਵਰ ਤੋਂ ਉੱਪਰ ਉਠਾ ਦੇਣਾ ਹੈ, ਭਾਵ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਉਹ ਸਰੋਵਰ ਦੇ ਵਿੱਚੋਂ, ਉਸ ਤੋਂ ਬਾਅਦ ਫਿਰ ਉੱਪਰ ਦਿਸੇ ਸਰੋਵਰ ਤੋਂ ਉੱਚੀ ਕੱਢ ਦੇਣੀ ਹੈ। ਸਵਰਗਦਾਰੀਆਂ ਤਰੇ ਬਨਾਵਹਾ, ਤੇ ਥੱਲੇ ਇਸ ਪਾਵਨ ਹਰਿਮੰਦਰ ਦੇ ਉਹ ਭਾਵ ਜਿਹੜਾ ਥੱਲੇ ਵਾਲਾ ਪਾਸਾ ਹੋਊ ਸਰੋਵਰ, ਜਿਵੇਂ ਥੜਾ ਕਹਿ ਲਓ, ਥੱਲੇ ਵਾਲਾ ਫਰਸ਼ ਆ ਉਹ ਸਰੋਵਰ ਤੋਂ ਉੱਚਾ ਹੋਵੇ ਹਰਿਮੰਦਰ ਸਾਹਿਬ ਦਾ। ਮਹਾਰਾਜ ਐਂ ਸਮਝਾਉਂਦੇ ਆ। ਫਿਰ ਮਹਾਰਾਜ ਕਹਿੰਦੇ ਜਿਹੜੀਆਂ ਮਿਹਰਾਬਾਂ ਨੇ ਉਹ ਬਣਾਉਣੀਆਂ ਨੇ ਹਰਿਮੰਦਰ ਦੇ ਥੱਲੇ, ਜਿਹਨੂੰ ਆਪਾਂ ਡਾਟਾਂ ਕਹਿੰਦੇ ਆ। ਇਹ ਹਰਿਮੰਦਰ ਸਾਹਿਬ ਦਾ ਜਿਹੜਾ ਸਥਾਨ ਹੈ ਸਾਧ ਸੰਗਤ ਜੀ, ਇਹਦੇ ਹੇਠਾਂ ਜਦੋਂ ਸਰੋਵਰ ਦੀ ਸੇਵਾ ਚੱਲਦੀ ਆ ਨਾ, ਉਦੋਂ ਆਪ ਜੀ ਕਿਤੇ ਦਰਸ਼ਨ ਕੀਤੇ ਹੁਣ ਇਹਦੇ ਥੱਲੇ ਡਾਟਾਂ ਬਣੀਆਂ ਹੋਈਆਂ ਜਿਹਨੂੰ ਸਵਰਗ ਦੁਆਰੀਆਂ ਵੀ ਕਹਿੰਦੇ ਆ। ਇਹਨਾਂ ਨੂੰ ਡਾਟਾਂ ਜਿਵੇਂ ਲੱਗਦੀ ਆ ਉਹ ਕੁੱਬ ਪਾ ਕਰਕੇ ਮਿਹਰਾਬਾਂ ਕਹਿੰਦੇ। ਇੱਥੇ ਕਵੀ ਦੀਆਂ ਮਿਹਰਾਬਾਂ ਲਿਖਿਆ। ਮਹਾਰਾਜ ਕਹਿੰਦੇ ਮਿਸਤਰੀ ਨੂੰ ਕਿ ਭਾਈ ਹੇ ਗੁਰਮੁਖਾ, ਇਹਦੇ ਥੱਲੇ ਮਿਹਰਾਬਾਂ ਬਣਾਉਣੀਆਂ, ਡਾਟਾਂ ਭਰਨੀਆਂ ਹਨ। ਪੂਰਬ ਦੇਸ਼ੋ ਹਰ ਪੌੜ ਚਿਨਾ ਵਹਾ, ਤੇ ਪੂਰਬ ਵਾਲੇ ਪਾਸੇ ਹਰ ਕੀ ਪੌੜੀ ਵਾਲਾ ਸਥਾਨ ਚਿਣਨਾ, ਜਿੱਥੇ ਸਾਧ ਸੰਗਤ ਜੀ ਆਪਾਂ ਦਰਸ਼ਨ ਮੇਲੇ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਸਤਿਗੁਰਾਂ ਦੇ ਫਿਰ ਪਿਛਲੇ ਪਾਸੇ ਪਰਿਕਰਮਾ ਕਰਦੇ ਜਾਂਦੇ ਆ, ਜਿੱਥੇ ਚੁਲਾ ਲਈਦਾ, ਉਹਨੂੰ ਹਰ ਕੀ ਪੌੜੀ ਵਾਲਾ ਸਥਾਨ ਕਹਿੰਦੇ ਆ। ਮਹਾਰਾਜ ਕਹਿੰਦੇ ਫਿਰ ਇਸ ਸਥਾਨ ਦੇ ਪੂਰਬ ਵਾਲੇ ਪਾਸੇ ਹਰ ਕੀ ਪੌੜੀ, ਹਰ ਦਾ ਪੌੜ ਬਣਾਉਣਾ ਚਣਾਉਣਾ ਹੈ। ਚਹੁੰ ਦਿਸ਼ ਕੀ ਪਰਿਕਰਮਾ ਕਰੀਆ ਹੈ, ਤੇ ਇਹ ਹਰਿਮੰਦਰ ਸਾਹਿਬ ਦੇ ਚਫੇਰੇ ਫਿਰ ਪਰਿਕਰਮਾ ਜੋਗੀ ਜਗ੍ਹਾ ਵੀ ਰੱਖਣੀ ਹੈ। 4 ਚਫੇਰੇ ਦੇ ਪਰਿਕਰਮਾ ਕਰ ਦੇਣੀਆਂ ਸਥਾਪਿਤ। ਗਾੜੀ ਨੀਵ ਤਰੇ ਤੇ ਧਰੀਆ ਹੈ, ਤੇ ਇਹਦੀ ਨੀਂਵ ਜਿਹੜੀ ਚੰਗੀ ਗਾੜੀ ਰੱਖਣੀ, ਤਗੜੀ ਥੱਲਿਓਂ ਲੈ ਕੇ ਭਰਨੀ ਹੈ। ਦਰ ਮੰਦਰ ਕੇ ਚਾਰੋਂ ਜੋਏ, ਤੇ ਜਿਹੜੇ ਦਰਵਾਜ਼ੇ ਹੋਣਗੇ ਪਾਵਨ ਪਵਿੱਤਰ ਸਥਾਨ ਦੇ ਜਿਹੜੇ ਚਾਰੇ ਆ, ਦੋਏ ਦੋਏ ਛਾਤ ਚੌਗਰ ਦੇ ਹੋਏ। ਤੇ ਇਹਦੀ 2-2 ਛੱਤਾਂ ਹੋਣਗੀਆਂ ਇਹਦੇ 4 ਦਰਵਾਜ਼ਿਆਂ ਦੇ ਉੱਪਰਲੇ ਪਾਸੇ। ਭਾਵ ਸਾਧ ਸੰਗਤ ਜੀ, ਜਦੋਂ ਹੁਣ ਜਿਹੜੇ ਦਰਵਾਜ਼ੇ ਵਿੱਚ ਮਰਜੀ ਆਪ ਅੰਦਰ ਜਾਓ, ਇਹ ਸਥਾਨ ਦੀ ਹਰਿਮੰਦਰ ਸਾਹਿਬ ਦੀ ਵਿਚਕਾਰੋਂ ਛੱਤ ਉੱਚੀ ਹੈ, ਤੇ ਜਦੋਂ ਆਪਾਂ ਜਿਹੜੇ ਦਰਵਾਜ਼ੇ ਚੋਂ ਵੜੀਏ ਜਾਂ ਨਿਕਲੀਏ ਉੱਥੇ ਛੱਤ ਨੀਵੀਂ ਹੈ। ਤੇ ਉਹ ਮਹਾਰਾਜ ਕਹਿੰਦੇ ਵੀ ਜਿਹੜੇ ਚਾਰੇ ਦਰਵਾਜ਼ੇ, ਭਾਵ ਕਿ ਇੱਕ ਥੱਲੇ ਪਰਿਕਰਮਾ ਰੱਖਣੀ, ਇੱਕ ਉੱਪਰ ਵੀ ਪਰਿਕਰਮਾ ਹੋਵੇ। ਚਾਰੇ ਦਰਵਾਜ਼ਿਆਂ ਦੇ 2-2 ਦਰਵਾਜ਼ਿਆਂ ਪਾਸੇ ਜਿਹੜੀ ਛੱਤ ਹੈ ਚੌਗਿਰਦੇ ਉਹਦੇ ਛੱਤ ਹੋਣੀ ਚਾਹੀਦੀ ਹੈ। ਮੱਧ ਜਾਏ ਉੱਚੀ ਇੱਕ ਛਾਤ, ਤੇ ਵਿਚਾਲਿਓਂ ਜਾ ਕੇ ਇੱਕੋ ਹੀ ਛੱਤ ਹੋ ਜਾਵੇ ਉੱਚੀ। ਜਿਵੇਂ ਸਾਧ ਸੰਗਤ ਜੀ ਥੱਲੇ ਦਰਸ਼ਨ ਕਰਕੇ ਫਿਰ ਉੱਥੋਂ ਪੌੜੀਆਂ ਤੁਸੀਂ ਚੜ੍ਹੋ ਤਾਂ ਉੱਪਰਲੇ ਪਾਸੇ ਉੱਤੇ ਵੀ ਪਰਿਕਰਮਾ ਬਣੀਆਂ ਹੋਈਆਂ, ਉੱਥੇ ਸੁੰਦਰ ਜਿਹੜੀਆਂ ਬਾਰੀਆਂ ਦਰੀਚਾਂ ਦੇ ਵਿੱਚ ਖੜ੍ਹ ਕੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਥੱਲੇ ਨੂੰ ਵੇਖੀਏ। ਤੇ ਚਫੇਰੇ ਉੱਪਰਲੇ ਪਾਸੇ ਛੋਟੀ ਪਰਿਕਰਮਾ, ਜਿਵੇਂ ਕੋਈ 3 ਫੁੱਟ 4 ਫੁੱਟ ਜਗ੍ਹਾ ਦੀ ਪਰਿਕਰਮਾ ਚਫੇਰੇ ਉੱਤੇ ਵੀ ਬਣੀ ਹੋਈ ਹੈ। ਤੇ ਵਿਚਕਾਰ ਸਤਿਗੁਰਾਂ ਦਾ ਸਰੂਪ ਪ੍ਰਕਾਸ਼ ਹੋਈ ਜਾਂਦਾ, ਉੱਪਰੋਂ ਸਾਰਾ ਹੀ ਦਿਸਦਾ। ਇਹ 2 ਮੰਜ਼ਿਲਾਂ ਹੋ ਗਿਆ, ਪਰ ਜਿਹੜੀ ਵਿਚਕਾਰਲੀ ਛੱਤ ਹੈ ਉਹ ਉੱਤੇ ਇੱਕੋ ਹੀ ਹੈ। ਚੰਦੋਆ ਸਾਹਿਬ ਝੁੱਲਦਾ, ਉਸ ਤੋਂ ਉੱਪਰ ਇੱਕੋ ਹੀ ਛੱਤ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਰਾਜ ਮਿਸਤਰੀ ਨੂੰ ਕਿ ਚਫੇਰੇ ਇੱਕ ਤਾਂ ਪਰਿਕਰਮਾ ਥੱਲੇ, ਤੇ ਦਰਵਾਜ਼ਿਆਂ ਦੇ ਉੱਪਰਲੇ ਪਾਸੇ ਵੀ ਛੱਤ ਰੱਖਣੀ, ਪਰਿਕਰਮਾ ਰੱਖਣੀ ਹੈ। ਜਿਵੇਂ ਹੁਣ 4 ਫੁੱਟ ਥਾਂ ਹੈ ਤੇ 2 ਮੰਜ਼ਿਲਾਂ ਦੀ ਜਿਹੜੀ ਛੱਤ ਇੱਕੋ ਹੀ ਹੋਵੇ।
ਮੰਜ਼ਲਾਂ ਦੋ ਹੋਣ ਤੇ ਦੀ ਛੱਤ ਬਿਲਕੁਲ ਉੱਪਰ ਇੱਕੋ ਉੱਚੀ ਸੁੰਦਰ ਰੱਖਣੀ ਹੈ। ਊਪਰ ਮਿਲਸਾ ਮੋਹ ਸਭ ਭਾਂਤ। ਤੇ ਉੱਪਰਲੇ ਪਾਸੇ ਭਾਵ ਜਿਹੜੀ ਛੱਤ ਉੱਪਰ ਜਾ ਕੇ ਮਿਲ ਜਾਵੇ ਸਨਮੁਖ ਹੀ ਸਭ ਤਰ੍ਹਾਂ ਦੇ ਨਾਲ। ਤਿਸ ਪਰ ਰੁਚਿਰ ਬੰਗਲਾ ਥਪ ਹੈ। ਤੇ ਉਸ ਛੱਤ ਦੇ ਉੱਪਰ ਸੁੰਦਰ ਗੁੰਬਦ ਜਿਹੜਾ ਬਣਾਇਆ ਜਾਵੇਗਾ। ਕੰਚਨ ਤੇ ਚਾਹ ਦਿਸ਼ ਮਹਿ ਦਿਬ ਹੈ। ਤੇ ਉਹ ਸੁੰਦਰ ਜਿਹੜਾ ਗੁੰਬਜ ਹੋਵੇਗਾ ਉਹ ਸੋਨੇ ਦੇ ਨਾਲ ਬਹੁਤ ਚਾਰੇ ਪਾਸਿਓਂ ਪ੍ਰਗਟ ਹੋਵੇਗਾ, ਸੋਹਣਾ ਲੱਗੇਗਾ, ਪ੍ਰਕਾਸ਼ਮਾਨ ਹੋਵੇਗਾ। ਇਮ ਬਤਾਏ ਸ਼੍ਰੀ ਮੁਖ ਬਿਧ ਸਾਰੀ। ਤੋ ਹਰਿਮੰਦਰ ਸਾਹਿਬ ਕਿਸ ਤਰ੍ਹਾਂ ਦਾ ਬਣੇਗਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਮਿਸਤਰੀ ਨੂੰ, ਰਾਜ ਮਿਸਤਰੀ ਨੂੰ, ਉਸਾਰੀ ਵਾਲੇ ਕਾਰੀਗਰ ਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ। ਪੁਨ ਬ੍ਰਿਧ ਸੋ ਗੁਰ ਗਿਰਾ ਉਚਾਰੀ। ਤੇ ਫਿਰ ਹਜੂਰ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਇਹ ਬਚਨ ਕੀਤਾ ਹੈ ਸਿਮਰਹ ਸਭ ਸਤਿਗੁਰ ਸੁਖ ਰਾਸ। ਕਿ ਹੇ ਬਾਬਾ ਬੁੱਢਾ ਸਾਹਿਬ ਜੀ, ਸਭ ਸੰਗਤਾਂ ਤੁਸੀਂ ਸਭ, ਜਾਂ ਹੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਚਾਰ ਪਾਤਸ਼ਾਹਾਂ ਦੇ ਸਾਥੋਂ ਪਹਿਲਾਂ ਦਰਸ਼ਨ ਕੀਤੇ, ਸਭ ਗੁਰੂਆਂ ਦੇ ਦਰਸ਼ਨ ਕੀਤੇ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਸਮੇਂ ਦੇ ਆਪ ਸਿੱਖ ਸਜੇ ਹੋ। ਆਪ ਕਿਰਪਾ ਕਰੋ ਬਾਬਾ ਬੁੱਢਾ ਸਾਹਿਬ ਜੀ, ਸਾਰੇ ਸਤਿਗੁਰਾਂ ਨੂੰ, ਚੌਂ ਸਤਿਗੁਰਾਂ ਨੂੰ ਸਿਮਰਨਾ ਕਰੋ, ਯਾਦ ਕਰੋ ਜੀ। ਖਰੇ ਹੋਏ ਕੀ ਜਹ ਅਰਦਾਸ। ਤੇ ਸਾਰੇ ਸਤਿਗੁਰਾਂ ਦਾ ਧਿਆਨ ਧਰ ਕੇ ਚਾਰ ਪਾਤਸ਼ਾਹਾਂ ਨੂੰ ਯਾਦ ਕਰਦਿਆਂ ਹੋਇਆਂ ਬਾਬਾ ਜੀ ਆਪ ਖੜੇ ਹੋ ਕੇ ਅਰਦਾਸ ਕਰੋ ਜੀ। ਅਵਿਚਲ ਨੀਵ ਤਰੀ ਗੁਰੂ ਨਾਨਕ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਅਰਦਾਸ ਕਰੋ, ਹੈ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਜੀ ਕੇ ਪਵਿੱਤਰ ਘਰ ਵਾਸਤੇ ਅਵਚਲ ਨੀਵ ਰੱਖੀ ਜਾਵੇ, ਅਚਲ ਨਿਰਹਲ ਸਥਿਰ ਜੁਗੋ ਜੁਗ ਅਟਲ ਸੁੰਦਰ ਸਥਾਨ ਦੀ ਨੀਂਹ ਰੱਖੀ ਜਾ ਰਹੀ ਹੈ। ਮੰਦਰ ਸੁਬਹਿ ਲੱਗਹਿ ਮਨ ਮਾਨਿਕ। ਤੇ ਅਰਦਾਸ ਕਰੋ ਮਹਾਰਾਜ ਨਿਰਵਿਘਨਤਾ ਸਹਿਤ ਕਾਰਜ ਸੰਪੂਰਨ ਹੋਵੇ, ਸੁੰਦਰ ਮਹਿਲ ਮੰਦਰ ਬਣਨ, ਜਿਹਦੇ ਤੇ ਬਣੀਆਂ ਮਣੀਆਂ ਸੁੰਦਰ ਹੀਰੇ ਜਵਾਹਰਾਤ ਸੋਨਾ ਚਾਂਦੀ ਚੜਾਇਆ ਜਾਵੇ। ਆਪ ਕਾਰਜ ਕਰਵਾਉਣਾ, ਸਤਿਗੁਰਾਂ ਦੇ ਅੱਗੇ ਅਰਦਾਸ ਕਰੋ ਜੀ। ਹੁਕਮ ਸੁਣਿਓ ਬ੍ਰਿਧ ਬੰਦੇ ਹਾਥ। ਤੇ ਹਜੂਰ ਤੋਂ ਹੁਕਮ ਸੁਣ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀਆਂ ਸਤਿਗੁਰਾਂ ਦੇ ਅੱਗੇ ਹੱਥ ਬੰਨ੍ਹ ਲਏ ਐ, ਜਾਂ ਅਰਦਾਸ ਕਰਨ ਵਾਸਤੇ ਹੱਥ ਜੋੜੇ ਖੜੇ ਹੋ ਕੇ ਸਿਮਰਨ ਕਰ ਚਾਰਹਾਂ ਗੁਰਨਾਥ। ਤੇ ਬਾਬਾ ਜੀਆਂ ਹੱਥ ਜੋੜ ਕੇ ਚਾਰ ਪਾਤਸ਼ਾਹੀਆਂ ਦੇ ਤਾਈਂ ਸਿਮਰਨਾ ਕੀਤਾ, ਯਾਦ ਕੀਤਾ। ਹੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ 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 ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ 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 ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਸ ਤਰ੍ਹਾਂ ਮਹਾਰਾਜ ਚਾਰ ਪਾਤਸ਼ਾਹੀਆਂ ਨੂੰ ਬਾਬਾ ਜੀਆਂ ਯਾਦ ਕੀਤਾ ਅਰਦਾਸੇ ਵਿੱਚ। ਸ੍ਰੀ ਸਤਿਗੁਰ ਹਰਿਮੰਦਰ ਹੋਏ। ਇਹ ਹਾਜ਼ਰ ਨਾਜ਼ਰ ਸਤਿਗੁਰੂ ਜੀ, ਅੱਜ ਗੁਰੂ ਕੇ ਚੱਕ ਦੀ ਧਰਤੀ ਤੇ ਪਾਵਨ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਸਥਾਪਿਤ ਹੋ ਰਿਹਾ, ਬਣ ਰਿਹਾ ਹੈ। ਜਿਸ ਤੇ ਸੁਖ ਪ੍ਰਾਪਤ ਸਭ ਕੋਏ। ਜਿਸ ਸਥਾਨ ਤੋਂ ਸਭ ਸੰਸਾਰ ਦੇ ਜੀਵਾਂ ਨੂੰ, ਸਭ ਪ੍ਰਾਣੀ ਮਾਤਰ ਨੂੰ ਸੁਖ ਪ੍ਰਾਪਤ ਹੋਵੇਗਾ। ਕਲ ਯੁਗ ਮਹਿ ਨਿਹਚਲ ਇਸ ਨੀਵ। ਸੱਚੇ ਪਾਤਸ਼ਾਹ ਜੀ ਮਿਹਰ ਕਰੋ ਜੀ, ਕਲਯੁਗ ਦੇ ਸਮੇਂ ਵਿੱਚ ਪਾਵਨ ਸਥਾਨ ਦੀ ਨੀਂਵ ਜਿਹੜੀ ਅਟਲ ਹੋਵੇ, ਜੁਗੋ ਜੁਗ ਅਟਲ ਇਹ ਸਥਾਨ ਹੋਵੇ। ਬੁਰਾਜ ਚਿਤ ਹੈ ਬਿਨਾਸੀ ਥੀਵ। ਤੇ ਜਿਹੜਾ ਵੀ ਇਸ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦਾ ਮਾੜਾ ਮਨ ਵਿੱਚ ਚਿਤਵੇ, ਉਹ ਥਾਈਂ ਨਾਸ਼ ਹੋ ਜਾਵੇਗਾ। ਉਹ ਚਾਹੇ ਸਾਧ ਸੰਗਤ ਜੀ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ ਹੋਇਆ ਤੇ ਚਾਹੇ ਇੰਦਰਾ ਗਾਂਧੀ ਹੋਈ, ਜਿਨ੍ਹਾਂ ਨੇ ਵੀ ਇਸ ਪਾਵਨ ਸਥਾਨ ਦਾ ਬੁਰਾ ਚਿਤਵਿਆ ਮਨ ਵਿੱਚ, ਉਹਨਾਂ ਦਾ ਥਾਂ ਨਾਸ਼ ਹੋਇਆ। ਕਿਉਂਕਿ ਇਹ ਅਰਦਾਸ ਆਰੰਭ ਹੋਣ ਤੋਂ ਪਹਿਲਾਂ, ਇਸ ਪਾਵਨ ਸਥਾਨ ਬਣਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਕਰ ਰਹੇ ਹੈ। ਇਹ ਚਾਰ ਪਾਤਸ਼ਾਹ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਇਹ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਅਰਦਾਸ ਹੈ ਸੱਚੇ ਪਾਤਸ਼ਾਹ, ਇਹ ਪਾਵਨ ਸਥਾਨ ਦੇ ਵੱਲ ਜਿਹੜਾ ਵੀ ਮਨ ਵਿੱਚ ਮਾੜੀ ਬਿਰਤੀ ਰੱਖੇ, ਮੈਲ ਰੱਖੇਗਾ, ਮਹਾਰਾਜ ਦਾ ਥਾਂ ਨਾਸ਼ ਹੋਵੇ, ਹੋ ਜਾਇਆ ਕਰੇ। ਅੰਗ ਸੰਗ ਸਤਿਗੁਰੂ ਸਹਾਏ। ਤੇ ਜਿਹੜਾ ਮਹਾਰਾਜ ਇਸ ਸਥਾਨ ਦੇ ਪਰਥਾਏ ਸ਼ਰਧਾ ਭਾਵਨਾ ਸਤਿਕਾਰ ਰੱਖੇ, ਤੁਸੀਂ ਸਦਾ ਉਹਦੇ ਅੰਗ ਸੰਗ ਸਹਾਈ ਹੋਣਾ। ਇੱਥੇ ਆਉਣ ਵਾਲੇ, ਰਹਿਣ ਵਾਲੇ, ਬਹਿਣ ਵਾਲੇ
ਨਮਸਕਾਰ ਕਰਨ ਵਾਲੇ ਸਿੱਖਾਂ ਦੇ ਸਦਾ ਅੰਗ ਸੰਗ ਸਹਾਈ ਹੋਣਾ। ਸਿਰ ਛਤਰਨ ਕੇ ਇਹੋ ਤੇ ਦਿਪਤਾਏ। ਇਹ ਜਿਹੜਾ ਪਾਵਨ ਸਥਾਨ ਹੈ ਦੁਸ਼ਮਣ ਦੇ ਸਿਰ ਤੇ ਪ੍ਰਗਟ ਹੋਵੇ। ਭਾਵ ਜਿਹੜੇ ਇਸ ਪਾਵਨ ਸਥਾਨ ਦੀ ਜਿਹੜੀ ਹੈ ਉਹ ਨਹੀਂ ਨਾ ਚਾਹੁੰਦੇ ਸ਼ੋਭਾ, ਤੇ ਉਹਨਾਂ ਦੀ ਸ਼ੋਭਾ ਜਿਹੜੀ ਹੈ ਉਹ ਸਥਾਨ ਦੀ ਜਿਹੜੇ ਸ਼ੋਭਾ ਨਹੀਂ ਚਾਹੁੰਦੇ ਇਹ ਸਥਾਨ ਪ੍ਰਗਟ ਹੋਵੇ, ਇਹਦੀ ਸ਼ੋਭਾ ਹੋਵੇ, ਮਹਾਰਾਜ ਉਹਨਾਂ ਦੇ ਸਿਰ ਤੇ ਪਾਵਨ ਸਥਾਨ ਸਜੇ। ਉਹਨਾਂ ਦੇ ਸਿਰ ਦੇ ਉੱਪਰ ਕਿਸੇ ਦੀ ਜੁਰਤ ਨਾ ਹੋਵੇ ਇਸ ਸਥਾਨ ਵੱਲ ਮੈਲੀ ਅੱਖ ਕਰ ਜਾਵੇ। ਉਹਨਾਂ ਦੇ ਸਿਰ ਤੇ ਪਾਵਨ ਸਥਾਨ ਇੱਥੇ ਛਤਰ ਚੌਰ ਝੂਲਿਆ ਕਰਨਾ। ਮਨ ਹੈ ਪੁਰ ਹੈ ਮਨੋਰਥ ਸੋਏ। ਤੇ ਜਿਹੜਾ ਇਸ ਸਥਾਨ ਦੀ ਮਨਤਾ ਰੱਖੇ ਸ਼ਰਧਾ ਕਰੇ ਉਹਦੇ ਸਾਰੇ ਮਨੋਰਥ ਪੂਰੇ ਹੋਇਆ ਕਰਨਾ। ਸੀਸ ਨਿਵਾਏ ਬਿਘਨ ਗਨ ਖੋਏ। ਇੱਥੇ ਜਿਹੜਾ ਸਿਰ ਨਵਾਇਆ ਕਰੇਗਾ ਉਹਦੇ ਸਾਰੇ ਬਿਘਨ ਕਲੇਸ਼ ਨਾਸ਼ ਹੋ ਜਾਇਆ ਕਰਨਗੇ। ਦਿਨ ਪ੍ਰਤ ਦਿਪਹਿ ਦੁਗਨ ਚੁਗੁਨੋ। ਤੇ ਮਹਾਰਾਜ ਇਹ ਪਾਵਨ ਸਥਾਨ ਤੇ ਮਿਹਰ ਰੱਖਣੀ ਦਿਨ ਪਰ ਰਾਤ, ਇਹ ਦੁੱਗਣਾ ਚੌਗਣਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ, ਦੁੱਗਣਾ ਚੌਗਣਾ ਪ੍ਰਗਟ ਪ੍ਰਤੱਖ ਹੋਵੇ, ਸੋਭਾ ਪਾਵੇ। ਜਿਮ ਪ੍ਰਤ ਪਦ ਤੇ ਹੋਏ ਸਸ ਪੂਨੋ। ਤੇ ਜਿਵੇਂ ਪੂਰਨਮਾਸੀ ਦਾ ਚੰਦ ਜਿਹੜਾ ਏਕਮ ਤੋਂ ਬਾਅਦ ਵੱਧਦਾ ਹੈ, ਇਸ ਤਰ੍ਹਾਂ ਪਾਵਨ ਪਵਿੱਤਰ ਦਿਨ ਬਰ ਦਿਨ ਥਾਂ ਸਥਾਨ ਜਿਹੜਾ ਵਾਧਾ ਪਾਵੇ, ਸ਼ੋਭਾ ਪਾਵੇ ਜੀ। ਬੀਚ ਬਿਰਾਜਹਿ ਗੁਰ ਸਭ ਸਮੈ। ਤੇ ਮਹਾਰਾਜ ਪਾਵਨ ਪਵਿੱਤਰ ਸਥਾਨ ਦੇ ਵਿੱਚ ਸਦਾ ਸਤਿਗੁਰੂ ਜੀ ਆਪ ਜੀਆਂ ਵਾਸਾ ਰੱਖਣਾ ਹੈ। ਆਏ ਚਤੁਰ ਦਿਸ਼ ਕੇ ਨਰ ਨਿਮੈ। ਇੱਥੇ ਚਾਰੇ ਦਿਸ਼ਾਵਾਂ ਤੋਂ, ਚਾਰੇ ਵਰਨਾਂ ਦੇ, ਚਾਰੇ ਆਸ਼ਰਮਾਂ ਦੇ, ਸਭ ਧਰਮਾਂ ਦੇ ਪ੍ਰਾਣੀ ਮਾਤਰ ਆ ਕੇ ਨਿਵਿਆ ਕਰਨ ਜੀ। ਇਮ ਅਰਦਾਸ ਕਰੀ ਬ੍ਰਿਧ ਜਬੈ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਦੀ ਅਰਦਾਸ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਜਦ ਕੀਤੀ ਹੈ। ਸ੍ਰੀ ਅਰਜਨ ਕਰ ਪੰਕਜ ਤਬੈ। ਤੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰਾਂ ਨੇ ਹੱਥ ਕਰਕੇ ਗਹੀ ਈਟ ਤਹਿ ਕਰੀ ਟਿਕਾਵਨ। ਤੇ ਆਪਣੇ ਹੱਥ ਦੇ ਨਾਲ ਗਰੀਬ ਨਵਾਜ ਸਤਿਗੁਰਾਂ ਸੱਜੇ ਹੱਥ ਦੇ ਨਾਲ ਇੱਟ ਚੁੱਕ ਕੇ ਆਪਣੇ ਪਾਵਨ ਪਵਿੱਤਰ ਹਸਤ ਕਮਲਾਂ ਦੇ ਨਾਲ ਪਾਵਨ ਪਵਿੱਤਰ ਸਥਾਨ ਦੀ ਨੀਂਹ ਰੱਖ ਦਿੱਤੀ ਹੈ। ਮੰਦਰ ਅਵਚਲ ਨੀਵਰ ਖਾਵਨ। ਇਹ ਪਾਵਨ ਪਵਿੱਤਰ ਅਵਚਲ ਜੁਗੋ ਜੁਗ ਅਟਲ ਸਥਾਨ ਦੀ ਨੀਂਹ ਰੱਖ ਦਿੱਤੀ ਹੈ। ਤਬ ਕਾਰੀਗਰ ਨਿਕਟ ਸੁਹੇਰ। ਤੇ ਉਹਨੇ ਨੂੰ ਫਿਰ ਜਿਹੜਾ ਕਾਰੀਗਰ ਸੀ ਕੋਈ ਰਾਜ ਮਿਸਤਰੀ ਉਸਾਰੀ ਵਾਲਾ ਉਹ ਵੀ ਲਾਗੇ ਹੀ ਖੜਾ ਹੋਇਆ ਹੈ। ਹੇਤ ਜਨਾਬਨ ਮਤੀ ਬਡੇਰ। ਤੇ ਉਹ ਲਾਗੇ ਖੜਾ ਹੋਇਆ ਮਹਾਰਾਜ ਨੂੰ ਇੱਟ ਰੱਖਦਿਆਂ ਹੋਇਆ ਵੇਖ ਰਿਹਾ। ਤੇ ਇਹਨਾਂ ਦਾ ਸੁਭਾਅ ਹੁੰਦਾ ਵੇਖ ਕੇ ਤੇ ਆਪਦੇ ਆਪ ਨੂੰ ਸਿਆਣਾ ਜਣਾਉਂਦਾ ਵੀ ਇਹ ਮੇਰਾ ਕਾਰਜ ਹੈ, ਇਹ ਕਾਰੀਗਰ ਉਸਾਰੀ ਦਾ, ਤੇ ਮੈਂ ਜ਼ਿਆਦਾ ਵੱਧ ਸਿਆਣਾ ਸਤਿਗੁਰਾਂ ਤੋਂ। ਆਪਦੇ ਆਪ ਨੂੰ ਬਹੁਤਾ ਸਿਆਣਾ ਜਣਾਉਣ ਵਾਸਤੇ ਨਿਜ ਕਰਤੇ ਉਠਾਏ ਸੋਲੀਨ। ਤੇ ਇਹ ਜਿਹੜਾ ਕਾਰੀਗਰ ਮਿਸਤਰੀ ਹੈ ਨੇ ਆਪਦੇ ਹੱਥ ਨਾਲ ਮਹਾਰਾਜ ਦੀ ਰੱਖੀ ਹੋਈ ਇੱਟ ਚੁੱਕ ਲਈ ਹੈ। ਫੇਰ ਘੇਰ ਕਰ ਕਰ ਧਰ ਦੀਨ। ਉਹ ਫਿਰ ਜਿਵੇਂ ਇਹਨਾਂ ਨੂੰ ਆਦਤ ਹੁੰਦੀ ਉਹ ਚੁੱਕ ਕੇ ਤੇ 2-4 ਵਾਰੀ ਘੁਮਾ ਕੇ ਤੇ ਉਹ ਪੁੱਠੀਆਂ ਸਿੱਧੀਆਂ ਤੇਸੀਆਂ ਠੋਕ ਕੇ ਤੇ ਫਿਰ ਉਵੇਂ ਹੀ ਰੱਖੀ ਫਿਰ ਉੱਥੇ ਹੀ। ਪਰ ਉਹ ਸੁਭਾਅ ਹੁੰਦਾ ਨਾ ਜਿਵੇਂ ਉਹ ਨੁਕਸ ਕੱਢਣ ਵਾਲਾ, ਉਹ ਗਿਆ ਨਹੀਂ, ਉਸੇ ਤਰ੍ਹਾਂ ਚੁੱਕੀ ਇੱਟ ਤੇ ਘੁਮਾ ਕੇ 4-5 ਵਾਰਾਂ ਤੇ ਫੇਰ ਰੱਖ ਦਿੱਤੀ ਹੈ। ਸ਼੍ਰੀ ਅਰਜਨ ਅਵਲੋਕਨ ਕਰਿਓ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਵੇਖ ਰਹੇ ਆ। ਕਹਾਂ ਕੀਨ ਤੈਂ ਬਾਕ ਉਚਰਿਓ। ਮਹਾਰਾਜ ਕਹਿੰਦੇ ਉਹ ਭਾਈ ਗੁਰਮੁਖਾ ਇਹ ਤੈਨੇ ਕੀ ਕੀਤਾ ਹੈ। ਹਜੂਰ ਇਸ ਤਰ੍ਹਾਂ ਬੋਲੇ ਆ, ਹਮ ਗੁਰ ਸਿਮਰ ਸਮੈ ਸ਼ੁਭ ਜਾਨਾ। ਵੀ ਅਸੀਂ ਜਿਹੜੀ ਇਹ ਇੱਟ ਰੱਖੀ ਹੈ ਨਾ ਸਤਿਗੁਰਾਂ ਨੂੰ ਸਿਮਰ ਕੇ ਅਰਦਾਸ ਬੇਨਤੀ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਲੈ ਕਰਕੇ ਸਭ ਸਮੇਂ ਨੂੰ ਸ੍ਰੇਸ਼ਟ ਨਾਮ ਜਪ ਕੇ ਰੱਖਣਾ ਕੀਤੀ ਹੈ। ਧਰੀ ਈਟ ਹਿਤ ਅਚਲ ਅਸਥਾਨਾ। ਤੇ ਅਸੀਂ ਅਚਲ ਵੀ ਇਹ ਸਥਾਨ ਅਟਲ ਰਹੇਗਾ, ਕਦੇ ਡੋਲੇਗਾ ਨਹੀਂ। ਅਟਲ ਜੁਗੋ ਜੁਗ ਅਟਲ ਰਹਿਣ ਵਾਸਤੇ ਇਸ ਸਥਾਨ ਦੀ ਨੀਂਹ ਅਸਾਂ ਰੱਖੀ ਸਤਿਗੁਰਾਂ ਨੂੰ ਸਿਮਰ ਕਰਕੇ। ਚਿਨਬੇ ਹਾਰ ਆਜ ਤੇ ਪਾਛੇ। ਤੇ ਇਸ ਤਰ੍ਹਾਂ ਹੇ ਚਿਣਬੇ ਹਾਰ ਕਹੀਏ ਮਿਸਤਰੀ ਜਾਂ ਜਿਹੜਾ ਤੂੰ ਕਾਰੀਗਰ ਹੈ, ਕਾਰੀਗਰ ਇਹ ਹੁਣ ਜਾਣ ਲੈ ਵੀ ਜਿਹੜੀ ਇੱਟ ਚੁੱਕੀ ਆ ਨਾ ਤੂੰ, ਇਹਦਾ ਫਾਲੇ ਹੋਵੇਗਾ ਵੀ ਅੱਜ ਤੋਂ ਬਾਅਦ ਈਟ ਅਪਰ ਜੋ ਧਰ ਹੈ ਆਛੇ। ਵੀ ਜੇ ਕੋਈ ਹੋਰ ਚੰਗੀ ਇੱਟ
ਟਕਾ ਕੇ ਰੱਖ ਵੀ ਦੇਵੇ ਸੋਹਣੀ ਤਰ੍ਹਾਂ। ਤਿਸ ਉਖੇਰ ਪੁਨ ਆਪ ਧਰੈ ਹੈ। ਤੇ ਤਾਂ ਵੀ ਐਸਾ ਹੀ ਹਾਲ ਹੋਏ ਕਰੇਗਾ ਵੀ ਜੇ ਕੋਈ ਚੰਗੀ ਤਰ੍ਹਾਂ ਵੀ ਧਰੇਗਾ ਨਾ, ਤੇ ਅੱਜ ਤੋਂ ਬਾਅਦ ਇਹ ਤੁਹਾਡੀ ਜਿਹੜੇ ਕਾਰਜ ਕਰਨ ਵਾਲੀ ਕਾਰੀਗਰ ਹੈ ਉਹਨਾਂ ਨੂੰ ਇਹ ਆਦਤ ਹੋਵੇਗੀ ਵੀ ਕੋਈ ਚੰਗੀ ਵੀ ਤਰ੍ਹਾਂ ਇਹ ਰੱਖ ਦੇਵੇ ਟੋਤਾਂ ਵੀ ਪੁੱਟ ਕੇ ਤੇ ਆਪ ਘੁਮਾ ਕੇ ਰੱਖਿਆ ਕਰਨਗੇ। ਕਾਰੀਗਰਨ ਬਿਖੈ ਅਸ ਹੋਇ ਵੀ ਇਹ ਹੈ। ਤੁਹਾਡੇ ਕਾਰੀਗਰਾਂ ਵਿੱਚ ਅੱਜ ਤੋਂ ਇਹ ਆਦਤ ਰੀਤ ਪਵੇਗੀ। ਤੋ ਹੁਣ ਵੀ ਸਾਧ ਸੰਗਤ ਜੀ ਤੁਸੀਂ ਉਹ ਨਾਲ ਲੱਗ ਕੇ ਵੇਖੋ ਉਹਨਾਂ ਦੇ, ਤੇ ਉਹ ਇੱਟ ਫੜਾ ਕੇ ਕਿਤੇ ਉਹ ਸਾਰਾ ਮਸਾਲਾ ਧਰਿਆ ਪਿਆ ਉੱਥੇ ਸਹੀ ਵੀ ਰੱਖ ਦਿਓ ਤੁਸੀਂ, ਪਰ ਤਾਂ ਵੀ ਉਹ ਪੁੱਟ ਕੇ ਲਾਉਂਦੇ ਹੀ ਲਾਉਂਦੇ ਆ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਇਹ ਤੁਹਾਡਾ ਸੁਭਾਅ ਬਣ ਜਾਵੇਗਾ ਸਾਰਿਆਂ ਕਾਰੀਗਰ ਰਾਜ ਮਿਸਤਰੀਆਂ ਦਾ, ਵੀ ਜੇ ਕੋਈ ਸਹੀ ਵੀ ਇੱਟ ਪਈ ਹੋਏਗੀ ਉਹ ਤੁਹਾਨੂੰ ਆਦਤ ਸੁਭਾਅ ਹੋਏਗੀ ਵੀ ਪੱਟ ਕੇ ਜ਼ਰੂਰ ਲਾਇਆ ਕਰੋਗੇ। ਇਸ ਦੇ ਸ਼ਰਾਪ ਕਹਿਓ ਗੁਰ ਫੇਰ। ਤੇ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਬਚਨ ਕੀਤਾ ਹੈ ਅਸਕ੍ਰਿਤ ਤੇ ਹਮ ਲੀਨ ਸੁਹੇਰ। ਵੀ ਇਹ ਰਾਜ ਮਿਸਤਰੀ ਤੇਰੀ ਆ ਕਾਰਜ ਤੇਰੀ ਕਿਰਿਆ ਵੇਖ ਕੇ ਅਸੀਂ ਇਹ ਹਿਸਾਬ ਲਾਇਆ ਹੈ, ਜਾਣਿਆ ਹੈ। ਜਥਾ ਮਸੰਦਨ ਲਾਇਆ ਗਾਰਾ। ਵੀ ਜਿਵੇਂ ਕੁਝ ਦਿਨ ਪਹਿਲਾਂ ਇਹ ਸਰੋਵਰ ਦੀਆਂ ਪੱਕੀਆਂ ਪੌੜੀਆਂ ਵਿੱਚ ਮਸੰਦਾਂ ਨੇ ਚੂਨੇ ਦੀ ਥਾਂ ਚੋਰੀ ਗਾਰਾ ਲਾਇਆ ਸੀ, ਸਾਡਾ ਹੁਕਮ ਮੰਨੇ ਬਿਨਾਂ ਚੂਨਾ ਅਗਲੇ ਮੱਥੇ ਤੇ ਬਾਕੀ ਇੱਟਾਂ ਦੇ ਵਿੱਚ ਗਾਰਾ ਭਰਿਆ ਸੀ। ਬਾਹਰ ਬਨਹਿ ਸਰ ਸ਼ਰਾਪ ਉਚਾਰਾ। ਤੇ ਅਸੀਂ ਉਹਨਾਂ ਨੂੰ ਬਚਨ ਕੀਤਾ ਸੀ ਇਹ ਵੀ ਇਹ ਸਮਾਂ ਆਵੇਗਾ ਵੀ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਹੈ, ਪੌੜੀਆਂ ਵਿੱਚ ਚੂਨੇ ਦੀ ਥਾਂ ਗਾਰਾ ਲਾਉਨੇ ਹੋ, ਤੇ ਸਮਾਂ ਆਵੇਗਾ ਤੁਹਾਡਾ ਗਾਰਾ ਪੁੱਟਣਗੇ ਕੋਈ ਆ ਕੇ, ਇੱਥੇ ਸਰੋਵਰ ਢਹਿ ਕੇ ਦੁਬਾਰਾ ਬਣੇਗਾ। ਤਿਮ ਤਬ ਕ੍ਰਿਤ ਤੇ ਜਾਨੀ ਜਾਏ। ਤੇ ਉਹ ਕਾਰਜ ਹੁਣ ਤੂੰ ਕੀਤਾ ਹੈ, ਪਰਮੇਸ਼ਰ ਦੀ ਅਰਦਾਸ ਤੇ ਤੈਨੂੰ ਭਰੋਸਾ ਨਹੀਂ ਆਇਆ, ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਅਰਦਾਸ ਕੀਤੀ ਤੈਨੂੰ ਭਰੋਸਾ ਨਾ ਆਇਆ, ਤੇ ਤੇਰੀ ਇਸ ਕਾਰਜ ਤੋਂ ਹੁਣ ਅਸੀਂ ਇਸ ਤਰ੍ਹਾਂ ਜਾਣਿਆ ਹੈ। ਮੰਦਰ ਹੋਏ ਕਰ ਭਗਨ ਗਿਰਾਏ। ਦੇਖੋ ਸਮਾਂ ਆਵੇਗਾ ਵੀ ਹਰਮੰਦਰ ਸਾਹਿਬ ਦਾ ਸਥਾਨ ਇਹ ਟੁੱਟੇਗਾ ਇੱਕ ਦੋ ਵਾਰ, ਬਾਹਰ ਉਸਾਰ ਹੈ ਸਿੱਖ ਹਮਾਰੇ। ਤੇ ਇਸ ਤੋਂ ਬਾਅਦ ਫੇਰ ਸਾਡੇ ਸਿੱਖ ਇਹਨੂੰ ਉਸਾਰਨਗੇ ਬਣਾਉਣਗੇ। ਤੋ ਸਾਧ ਸੰਗਤ ਦੀ ਇਹ ਅਰਦਾਸ ਜਿਹੜੀ ਹੁੰਦੀ ਆ ਨਾ, ਆਪਾਂ ਅਕਸਰ ਹੀ ਕੋਈ ਅਰਦਾਸ ਕਰ ਦਿੰਦੇ ਹਾਂ ਤੇ ਫਿਰ ਕਹਿੰਦੇ ਚਲੋ ਕੋਈ ਨਾ ਅਰਦਾਸ ਹੋ ਗਈ ਫਿਰ ਕੋਈ ਕਾਰਜ ਕਰਾਂਗੇ। ਅਰਦਾਸ ਦਾ ਨਿਯਮ ਹੁੰਦਾ ਵੀ ਜਦੋਂ ਅਰਦਾਸ ਹੋ ਗਈ ਮਹਾਰਾਜ ਦਾ ਹੁਕਮ ਹੋਇਆ ਜਿਹੜੇ ਕਾਰਜ ਵਾਸਤੇ ਅਰਦਾਸ ਕੀਤੀ ਉਹ ਤੁਰੰਤ ਕਰਨਾ ਹੈ। ਤੇ ਉਹ ਜੇ ਚਾਲਾ ਪਾਉਣਾ ਚਾਹੇ ਦਾਸ ਦੇ ਤੇ ਵਿਦਿਆ ਦਾਤੇ, ਉਹਨਾਂ ਜਦੋਂ ਸਾਧ ਸੰਗਤ ਜੀ ਕਿਤੇ ਯਾਤਰਾ ਜਾਣਾ ਹੁੰਦਾ ਸੀ ਨਾ, ਤੇ ਕਈ ਵਾਰੀ ਵੇਖਿਆ ਫਿਰ ਉਹ ਬਾਰੀ ਇੱਕ ਖੋਲ ਕੇ ਗੱਡੀ ਦੀ ਸਟਾਰਟ ਕਰ ਲੈਣੀ, ਗੱਡੀ ਬਾਰੀ ਖੋਲ ਲੈਣੀ, ਫਿਰ ਅਰਦਾਸ ਕਰਦੇ ਹੁੰਦੇ ਸੀ। ਤੇ ਉਹਨਾਂ ਅਰਦਾਸ ਕਰਦੇ ਨਹੀਂ ਤੇ ਫਿਰ ਜਿੱਡਾ ਵੀ ਜ਼ਰੂਰੀ ਕੰਮ ਪੈ ਜਾਏ ਫਿਰ ਨਹੀਂ ਸੀ ਰੁਕੇ, ਕਹਿੰਦੇ ਚਾਹੇ ਅੱਧ ਚੋਂ ਕਿਸੇ ਹੋਰ ਗੁਰਧਾਮ ਦੇ ਦਰਸ਼ਨ ਕਰਕੇ ਆਈਏ ਪਰ ਹੁਣ ਅਰਦਾਸ ਹੋ ਗਈ, ਹੁਣ ਰੁਕਣਾ ਨਹੀਂ ਹੈ। ਕਈ ਵਾਰੀ ਵੇਖਿਆ ਬੜੇ ਬੜੇ ਜ਼ਰੂਰੀ ਕਾਰਜ ਵਿੱਚ ਆ ਜਾਂਦੇ ਰਹੇ ਤੁਰਨ ਲੱਗਿਆ, ਫਿਰ ਨਹੀਂ ਸੀ ਸੁਣਦੇ ਕਿਸੇ ਦੀ, ਕਹਿੰਦੇ ਨਾ ਭਾਈ ਇਹ ਅਰਦਾਸ ਦਾ ਨਿਰਾਦਰ ਹੈ। ਤਾਂ ਮਹਾਰਾਜ ਦਾ ਹੁਕਮ ਲੈ ਕੇ ਇੱਕ ਵਾਰੀ ਚਾਲਾ ਪਾ ਦਿੰਦੇ ਸੀ, ਫਿਰ ਨਹੀਂ ਸੀ ਉਹ ਰੁਕਦੇ। ਤੇ ਅਕਸਰ ਹੀ ਹੁਣ ਆਪਾਂ ਕਈ ਵਾਰੀ ਅਰਦਾਸ ਕਰ ਦਿੰਦੇ ਹਾਂ, ਪਰ ਕੀ ਹੁੰਦਾ ਵੀ ਫਿਰ ਕਿਸੇ ਨੂੰ ਉਡੀਕ ਲਓ ਜੀ ਜਾਂ ਕੋਈ ਹੋਰ ਕੰਮ ਕਰ ਲਓ, ਇਸ ਤਰ੍ਹਾਂ ਨਹੀਂ। ਜੇ ਕਿਸੇ ਕਾਰਜ ਵਾਸਤੇ ਅਰਦਾਸ ਕਰਾਈ ਹੈ, ਉਹ ਅਕਾਲੀ ਫੂਲਾ ਸਿੰਘ ਜੀਆਂ ਦਾ ਇਤਿਹਾਸ ਅੱਗੇ ਸਾਧ ਸੰਗਤ ਜੀ ਆਵੇਗਾ ਪੰਥ ਪ੍ਰਕਾਸ਼ ਵਿੱਚ, ਸ਼ਾਇਦ ਉੱਥੇ ਉਹ ਫਿਰ ਅਰਦਾਸ ਕੀਤੀ ਸੀ ਖਾਲਸੇ ਨੇ। ਤੇ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਜੀ ਫਿਰ ਜਦੋਂ ਤੁਰਨ ਲੱਗੇ ਤੇ ਮਹਾਰਾਣਾ ਰਣਜੀਤ ਸਿੰਘ ਜੀ ਕਹਿੰਦੇ ਉਡੀਕ ਲਈਏ ਪਿੱਛੇ ਆਪਣਾ ਤੋਪਖਾਨਾ ਆਉਂਦਾ, ਕਹਿੰਦੇ ਨਾ ਭਾਈ ਹੁਣ ਨਹੀਂ, ਸਾਨੂੰ ਅਰਦਾਸ ਤੇ ਭਰੋਸਾ ਹੈ, ਤੈਨੂੰ ਤੋਪਾਂ ਤੇ ਭਰੋਸਾ, ਤੂੰ ਤੋਪਾਂ ਵਾਲਿਆਂ ਨੂੰ ਉਡੀਕ, ਅਸੀਂ ਅਰਦਾਸੀਏ ਚੱਲੇ ਹਾਂ। ਉੱਥੇ ਜਾ ਕਰਕੇ ਫਿਰ ਸਾਧ ਸੰਗਤ ਜੀ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਸੀ, ਪਰ ਉਹ ਜੰਗ ਦਾ ਮੈਦਾਨ ਸੱਚੇ ਪਾਤਸ਼ਾਹ ਨੇ ਆਪ ਫਤਿਹ ਕਰਵਾ ਦਿੱਤਾ ਸੀ। ਤੋ ਇਸ ਤਰ੍ਹਾਂ ਖਾਲਸਾ ਜੀ ਇਹ ਸਤਿਗੁਰਾਂ ਦੀ ਅਰਦਾਸ ਦਾ ਨਿਯਮ ਹੈ। ਤੋ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਾਰੀਗਰ ਨੂੰ ਕਹਿੰਦੇ ਭਾਈ ਅਰਦਾਸ ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਸਤਪੁਰਖਾਂ ਕੀਤੀ ਹੈ, ਚਾਰ ਸਤਿਗੁਰਾਂ ਦਾ ਸਾਹਿਬਾਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ, ਪਰ ਤੈਨੂੰ ਉਸ ਅਰਦਾਸ ਤੇ ਭਰੋਸਾ ਨਾ ਹੋਇਆ, ਇੱਟ ਪੁੱਟ ਕੇ ਦੁਬਾਰਾ ਰੱਖੀ,
ਇਹਦੇ ਫਲ ਸਰੂਪ ਇਹ ਜ਼ਰੂਰ ਹੋਵੇਗਾ। ਤੇਰੀ ਕਰਨੀ ਤੋਂ ਇਹ ਜਾਪਦਾ ਵੀ ਹਰਮੰਦਰ ਦੁਬਾਰਾ ਬਣੇਗਾ ਢਹਿ ਕੇ। ਬਾਹਰ ਉਸਾਰਹਿ ਸਿੱਖ ਤੇ ਹਮਾਰੇ, ਫਿਰ ਸਾਡੇ ਸਿੱਖ ਇਸ ਪਾਵਨ ਸਥਾਨ ਨੂੰ ਦੁਬਾਰਾ ਬਣਾਵਣਗੇ। ਜਹਾਂ ਦਿਸ਼ ਕੋ ਧਨ ਲਾਏ ਤੇ ਉਦਾਰੇ। ਚਾਰੇ ਪਾਸੇ ਬੜਾ ਖੁੱਲਾ ਧਨ ਲਾਇਆ ਜਾਵੇਗਾ। 18ਵੀਂ ਸਦੀ ਵਿੱਚ ਸਾਧ ਸੰਗਤ ਜੀ ਫਿਰ ਸਥਾਨ ਬਣੇ, ਜਦੋਂ ਮੁਗਲਾਂ ਆਏ, ਅਬਦਾਲੀ ਵਰਗਿਆਂ ਇਹ ਅਸਥਾਨ ਜਿਹੜੇ ਢਾਏ ਪਾਵਨ ਹਰਮੰਦਰ ਸਾਹਿਬ ਦੇ, ਉਸ ਤੋਂ ਬਾਅਦ ਫਿਰ ਚਾਰੇ ਪਾਸੇ ਸੋਹਣਾ ਇਹ ਸਥਾਨ ਬਣਾ ਕੇ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਵਰਗੇ ਇਹਨਾਂ ਮਹਾਨ ਬਾਦਸ਼ਾਹ ਵੱਲੋਂ ਔਰ ਮਾਤਾ ਸਦਾ ਕੌਰ ਜੀ ਵੱਲੋਂ ਇਸ ਪਾਵਨ ਸਥਾਨ ਦੀ ਫਿਰ ਸੋਨੇ ਨਾਲ ਸੇਵਾ ਹੋਈ। ਤੋਂ ਮਹਾਰਾਜ ਕਹਿੰਦੇ ਸਮਾਂ ਆਵੇਗਾ ਭਾਈ, ਇੱਕ ਰੀ ਢਵੇਗਾ ਜਾਂ ਵਧੇਕ ਵਾਰ, ਤੇ ਫਿਰ ਸਾਡੇ ਸਿੱਖ ਇਹਨੂੰ ਉਸਾਰਨਗੇ, ਸੁੰਦਰ ਸੋਨਾ ਚੜਾਵਣਗੇ। ਸਰ ਜੁਤ ਹਰ ਮੰਦਰ ਪੁਨ ਤੇ ਹੋਏ, ਪਹਿਲਾਂ ਤਾਂ ਇਕੱਲੇ ਸਰੋਵਰ ਨੂੰ ਹੀ ਸਰਾਪ ਸੀ ਭਾਈ, ਹੁਣ ਹਰਮੰਦਰ ਸਾਹਿਬ ਸਮੇਤ ਇਹ ਢਵੇਗਾ ਤੇ ਦੁਬਾਰਾ ਬਣੇਗਾ। ਅਬ ਚਲਨੀ ਵਸਦਾ ਇਸ ਜੋ। ਪਰ ਜੋ ਇਹ ਜਾਣ ਲਓ, ਵੇਖ ਲਓ, ਇਹਦੀ ਨੀਂਹ ਅਵਚਲ ਰਹੇਗੀ, ਇਹਦੀ ਨੀਂਹ ਨਹੀਂ ਹਿੱਲੇਗੀ ਕਦੇ। ਤੋਂ ਸਾਧ ਸੰਗਤ ਜੀ ਹਰਮੰਦਰ ਸਾਹਿਬ ਢਹਿ ਕੇ ਉਸ ਨੀਂਹ ਤੇ ਦੁਬਾਰਾ ਸਜਿਆ ਸੀ। ਫਿਰ ਸਰੋਵਰ ਢਾਹ ਦਿੱਤਾ ਸੀ, ਪੂਰ ਦਿੱਤਾ ਸੀ ਇਹਨਾਂ ਗਾਈਆਂ ਦੇ ਨਾਲ। ਤੋ ਅਹਿਮਦ ਸ਼ਾਹ ਦੁਰਾਨੀ ਵਰਗਿਆਂ ਨੇ ਉਹ ਜਦੋਂ ਢਾਹ ਦਿੱਤਾ, ਪੂਰ ਦਿੱਤਾ, ਮਿੱਟੀ ਪਾ ਦਿੱਤੀ ਸੀ, ਢਾਹ ਦਿੱਤਾ ਪੌੜੀਆਂ ਆਦਿ ਕੋ, ਫਿਰ ਉਹ ਨਿਸ਼ਾਨਦੇਹੀ ਤੇ ਦੁਬਾਰਾ ਬਣਨਾ ਵੀ ਨੀਂਹ ਤਾਂ ਮਾਰੇ ਕਹਿੰਦੇ ਦੀ ਅਟਾਲੀ ਰਹੇਗੀ, ਪਰ ਉੱਪਰੋਂ ਢਵੇਗਾ ਤੇ ਉਸੇ ਨੀਂਹ ਤੇ ਦੁਬਾਰਾ ਬਣੇਗਾ। ਹੁਣ ਪੰਚਾਮ੍ਰਿਤ ਦ੍ਰਿਸ਼ਟ ਲਗਾਏ ਤੇ ਬੋ। ਗਰੀਬ ਨਵਾਜ ਜੀ ਇੰਨੇ ਬਚਨ ਕਹਿ ਕੇ ਪੁਨः ਫਿਰ ਜਿਹੜੀ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗਾ, ਇਹਨੂੰ ਦ੍ਰਿਸ਼ਟੀ ਮਾਰੀ, ਭਾਵ ਦ੍ਰਿਸ਼ਟਾ ਜਿਹੜਾ ਹੈ ਉਹ ਭੋਗ, ਦ੍ਰਿਸ਼ਟੀ ਭੋਗ ਲਾਇਆ, ਨੇਤਰਾਂ ਦੀ ਮਿਹਰ ਭਰੀ ਦ੍ਰਿਸ਼ਟੀ ਨਾਲ ਭੋਗ ਲਾਇਆ ਹੈ। ਕਹਿ ਬ੍ਰਿਧ ਸੋ ਸਭ ਮਹਿ ਵਰਤਾਏ ਵੋ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਕਿ ਭਾਈ ਇਹ ਪੰਚਾਮ੍ਰਿਤ ਕੜਾ ਪ੍ਰਸ਼ਾਦ ਸਭ ਸੰਗਤਾਂ ਨੂੰ ਵਰਤਾ ਦਿਓ ਜੀ। ਜੈ ਜੈ ਨਾਦ ਕਰਹਿ ਸਿੱਖ ਸਾਰੇ। ਤੋ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਖਾਲਸਾ ਜੀ, ਸਾਰੇ ਪਾਸੇ ਸੰਗਤਾਂ ਜੈ ਜੈਕਾਰ ਜੈ ਜੈਕਾਰ ਦੀਆਂ ਧੁਨਾਂ ਗਾਉਂਦੀਆਂ ਹਨ। ਲੱਗੇ ਕਾਰ ਸਰ ਪ੍ਰੇਮੀ ਭਾਰੇ। ਤੇ ਸੰਗਤਾਂ ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਬਾਅਦ ਸਤਿਗੁਰਾਂ ਨੂੰ ਧਿਆਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹੋਏ ਸਭ ਲੱਗ ਗਏ ਸੇਵਾ ਨੂੰ ਪ੍ਰੇਮ ਨਾਲ। ਚੂਨੋ ਸੂਖਮ ਪੀਸਨ ਕਰੈ। ਕਈ ਮਾਈਆਂ ਜਿਨ੍ਹਾਂ ਤੋਂ ਕੋ ਬਹੁਤਾ ਤੁਰਿਆ ਨਹੀਂ ਜਾਂਦਾ, ਉਹ ਚੱਕੀਆਂ ਵਿੱਚ ਚੂਨਾ ਪੀਆ ਜਾਂਦਾ, ਬਰੀਕ ਪੀਸਦੇ ਆ। ਸੰਚ ਸੰਚ ਬਹੁ ਇੱਕ ਥਲ ਧਰੈ। ਤੇ ਕਈ ਚੂਨਾ ਉਹ ਇਕੱਠਾ ਕਰ ਕਰਕੇ ਰੋੜ ਆਦਿਕ ਤੇ ਉਹ ਇੱਕ ਥਾਂ ਇਕੱਠੇ ਕਰਦੇ ਆ। ਬਹੁਤ ਮੋਲ ਕੇ ਡਾਲ ਮਸਾਲੇ। ਤੇ ਬੜੇ ਮਹਿੰਗੇ ਮਹਿੰਗੇ ਮਸਾਲੇ ਚੂਨੇ ਵਿੱਚ ਪਾਏ ਜਾਂਦੇ ਲੰਮੀ ਮੁਨਿਆਦ ਵਾਸਤੇ। ਕਰਹਿ ਮਿਲਾਵਨ ਮਸਲ ਬਿਸਾਲੇ। ਹਾਂ, ਬੜੇ ਮਹਿੰਗੇ ਮਸਾਲੇ ਮਸਲ ਮਸਲ ਕੇ ਬਰੀਕ ਕਰ ਕਰਕੇ ਮਿਲਾਏ ਜਾਂਦੇ ਆ। ਧਰੇ ਪ੍ਰੀਤ ਸਿੱਖ ਕਾਰ ਕਰਨ ਤੇ। ਸਾਰੀਆਂ ਸਿੱਖ ਸੰਗਤਾਂ ਪ੍ਰੇਮ ਰੱਖ ਕੇ ਪਾਵਨ ਹਰਮੰਦਰ ਸਰੋਵਰ ਦੀ ਤੇ ਹਰਮੰਦਰ ਸਾਹਿਬ ਦੀ ਅੰਮ੍ਰਿਤ ਸਰੋਵਰ ਦੀ ਸੇਵਾ ਕਰ ਰਹੀਆਂ ਹਨ। ਕੋ ਨਿਸਮੈ ਪੀ ਲੱਗੇ ਰਹੰਤੇ। ਕਈ ਐਡੇ ਪ੍ਰੇਮ ਵਾਲੇ ਸਿੱਖ ਹੈ, ਦਿਨ ਦਿਨ ਤਾਂ ਸੇਵਾ ਸਾਰੇ ਹੀ ਕਰਦੇ ਆ, ਕਈ ਰਾਤ ਨਹੀਂ ਸੌਂਦੇ, ਰਾਤੀ ਵੀ ਸਤਿਗੁਰਾਂ ਦੇ ਘਰ ਦੀ ਸੇਵਾ ਕਰਦੇ ਵਾ। ਬਹੁਤ ਮਿਲੇ ਕਰ ਕਾਰ ਪਚਾਵਨ। ਤੇ ਬੜੇ ਜਿਹੜੇ ਵਾ ਉਹ ਮਿਲ ਮਿਲ ਕੇ ਜਿਹੜਾ ਪਰਚੂਨ ਹੋਰ ਰਸਤ ਜਿਹੜੀ ਸਮਾਨ ਪਹੁੰਚਦਾ ਕਰਦੇ ਆ ਸਰੋਵਰ ਪਾਸ ਹਰਮੰਦਰ ਪਾਸ। ਅਧਿਕ ਈਂਟ ਕੋ ਖਰਚ ਲਗਾਵਨ। ਤੇ ਬੜੀ ਇੱਟਾਂ ਦਾ ਖਰਚਾ ਪਈ, ਲਾਗਤ ਬਹੁਤ ਹੋ ਰਹੀ, ਪੱਕੀ ਇੱਟ ਦੀ ਇੱਕ ਪਾਸੇ ਆਵੇ ਚੱਲ ਰਹੇ ਆ, ਇੱਟਾਂ ਪੱਕ ਰਹੀਆਂ, ਬੜੀ ਇੱਟ ਖਪਤ ਹੋ ਰਹੀ ਹੈ। ਕੋ ਸਿਰ ਧਰ ਹੈ ਉਠਾਏ ਸੋ ਲਿਆਵੈ। ਤੇ ਕਈ ਆਵਿਆਂ ਤੋਂ ਪੱਕੀਆਂ ਇੱਟਾਂ ਜਦੋਂ ਨਿਕਲਦੀਆਂ ਸਿਰ ਤੇ ਚੁੱਕ ਚੁੱਕ ਕੇ ਟੋਕਰੀਆਂ ਭਰ ਭਰ ਕੇ ਤੇ ਰਾਜ ਮਿਸਤਰੀਆਂ ਪਾਸ ਲਿਆਉਂਦੇ ਆ। ਕਾਰੀਗਰ ਕੇ ਨਿਕਟ ਪੁਚਾਵੈ। ਆ ਕਾਰੀਗਰ ਜਿਹੜੇ ਹਰਮੰਦਰ ਸਾਹਿਬ ਦੀ ਨੀਂਹ ਭਰ ਰਹੇ ਆ, ਇੱਟਾਂ ਲਾ ਰਹੇ, ਉੱਥੇ ਲੈ ਲੈ ਜਾਂਦੇ ਆ। ਕੋ ਚੂਨੇ ਕੋ ਲਿਆਏ ਉਠਾਈ। ਤੇ ਕੁਝ ਗੁਰਮੁਖ ਜਿਹੜੇ ਆ ਚੂਨਾ ਪੀਸਿਆ ਹੋਇਆ ਚੁੱਕ ਕੇ ਲਿਆਉਂਦੇ ਆ। ਹਰ ਮੰਦਰ ਪਰਦੇਤ ਲਗਾਈ। ਤੇ ਇੱਥੇ ਕਾਰੀਗਰ ਨੂੰ ਵੀ ਦਿੱਤਾ ਜਾਂਦਾ, ਹਰਮੰਦਰ ਸਾਹਿਬ ਤੇ ਲਾਇਆ ਜਾ ਰਿਹਾ ਬੜਾ ਪੱਕਾ ਚੂਨਾ, ਮਸਾਲੇ ਰਲਾ ਰਲਾ ਕੇ। ਸਭ ਕੀ ਸੇਵਾ ਅਲਪ ਵਿਸਾਲਾ। ਉਹ ਸਾਧ ਸੰਗਤ ਜੀ, ਕੋਈ ਥੋੜੀ ਸੇਵਾ ਕਰਦਾ ਹੈ, ਕੋਈ ਬਹੁਤੀ ਸੇਵਾ ਕਰਨ ਵਾਲਾ ਹੈ। ਜੋ ਨਿਸ਼ਕਾਮ ਕਾਮਨਾ ਵਾਲਾ। ਤੇ ਕਈ ਨਿਸ਼ਕਾਮ ਹੈ ਵੀ ਮਨ ਵਿੱਚ ਕੋਈ ਇੱਛਾ ਨਹੀਂ, ਸੇਵਾ ਕਰਤੋ ਨਿਸ਼ਕਾਮੀ।
ਕੋਈ ਮਨ ਵਿੱਚ ਫੁਰਨਾ ਨਹੀਂ ਸੇਵਾ ਦੇ ਪਰਥਾਏ, ਉਹ ਬਦਲੇ ਵਿੱਚ ਕੀ ਲੈਣਾ ਹੈ। ਤੇ ਕਈ ਜਿਹੜੇ ਉਹ ਕੁਝ ਮਨ ਵਿੱਚ ਕਾਮਨਾ ਰੱਖ ਕੇ ਦੁੱਧ ਪੁੱਤ ਦੀ ਇਤਿਆਦਿਕ ਧਨ ਦੌਲਤ ਦੀ ਇੱਛਾ ਰੱਖ ਰੱਖ ਕੇ ਸੇਵਾ ਕਰਦੇ ਆ। ਲਗ ਅਰ ਮਹਿਦ ਪ੍ਰੇਮ ਉਰ ਜੈਸੇ। ਤੋ ਚਾਹੇ ਕਿਸੇ ਦੇ ਮਨ ਵਿੱਚ ਥੋੜਾ ਪ੍ਰੇਮ ਹੈ ਸੇਵਾ ਕਰਦਿਆਂ ਸਤਿਗੁਰਾਂ ਦਾ, ਕਿਸੇ ਦੇ ਮਨ ਵਿੱਚ ਬਹੁਤਾ ਹੈ। ਸ਼੍ਰੀ ਸਤਿਗੁਰ ਉਰ ਜਾਣਹਿ ਤੈਸੇ। ਤੋ ਕਵੀ ਜੀ ਕਹਿੰਦੇ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਰਿਆਂ ਦੇ ਮਨ ਦੀ ਜਾਣਦੇ ਆ। ਕੋਈ ਥੋੜੇ ਪ੍ਰੇਮ ਵਾਲਾ, ਕੋਈ ਬਹੁਤੇ ਪ੍ਰੇਮ ਵਾਲਾ, ਕੋਈ ਵਧੇਕ ਸ਼ਰਧਾ ਵਾਲਾ ਵੱਧ ਸੇਵਾ ਕਰਦਾ, ਕੋਈ ਸਕਾਮ ਸੇਵੀ ਆ, ਕੋਈ ਨਿਸ਼ਕਾਮ ਸੇਵੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਰਿਆਂ ਦੇ ਮਨਾਂ ਦੀ ਜਾਣਦੇ ਆ। ਜੋਗ ਛੇਮ ਸਿੱਖਣ ਕੀ ਕਰਤਾ। ਉਹ ਸੱਚੇ ਪਾਤਸ਼ਾਹ ਜੀ ਜੋਗ ਤੇ ਛੇਮ ਸਿੱਖਾਂ ਦੀ ਕਰਦੇ ਐ। ਸਤ ਸੰਗਤ ਜੀ ਜੋਗ ਹੁੰਦਾ ਵੀ ਅਪ੍ਰਾਪਤੀ ਦੀ ਪ੍ਰਾਪਤੀ ਕਰਾਉਣੀ, ਵੀ ਜਿਹੜੀ ਵਸਤੂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਗੁਰੂ ਅਰਜਨ ਦੇਵ ਜੀ ਉਸ ਅਪ੍ਰਾਪਤ ਦੁਰਲੱਭ ਵਸਤੂ ਦੀ ਪ੍ਰਾਪਤੀ ਕਰਵਾਉਂਦੇ ਆ। ਤੇ ਛੇਮ ਹੁੰਦਾ ਫਿਰ ਉਹਦੀ ਰੱਖਿਆ ਵੀ ਕਰਦੇ। ਇੱਕ ਹੁੰਦਾ ਨਾ ਵਸਤੂ ਮਿਲ ਜਾਣੀ ਪਰ ਬਾਅਦ ਵਿੱਚ ਰਹਿਣੀ ਨਾ, ਮਿਲਣੀ ਵਸਤੂ ਅਪ੍ਰਾਪਤੀ, ਨਾ ਪ੍ਰਾਪਤ ਹੋਣ ਵਾਲੀ ਵਸਤੂ ਮਿਲ ਜਾਣੀ, ਉਹਨੂੰ ਜੋਗ ਕਹਿੰਦੇ ਆ। ਤੇ ਛੇਮ ਹੁੰਦਾ ਵੀ ਉਹ ਵਸਤੂ ਪ੍ਰਾਪਤ ਹੋ ਗਈ ਫਿਰ ਗੁਰੂ ਅਰਜਨ ਦੇਵ ਜੀ ਉਹਦੀ ਰੱਖਿਆ ਵੀ ਕਰਦੇ, ਸਿੱਖਾਂ ਨੂੰ ਦਾਤਾਂ ਵੀ ਬਖਸ਼ਦੇ ਆ ਤੇ ਦਿੱਤੀਆਂ ਦਾਤਾਂ ਦੀ ਰਾਖੀ ਕਰਦੇ ਆ। ਜਨਮ ਮਰਨ ਕੇ ਕਲਮਲ ਹਰਤਾ। ਸਾਰੇ ਜੰਮਣ ਮਰਨ ਦੇ ਦੁੱਖ ਨਾਸ਼ ਕਰਦੇ, ਪਾਪ ਨਾਸ਼ ਕਰਦੇ ਆ। ਕਿਰਪਾ ਕਰਹਿ ਦਾਸਣ ਕੋ ਹੀ ਰਹਿ। ਆਪਣੇ ਦਾਸਾਂ ਸਿੱਖਾਂ ਸੇਵਕਾਂ ਨੂੰ ਵੇਖ ਮਹਾਰਾਜ ਸੇਵਾ ਕਰਦੇ ਆ, ਬੜੀ ਕਿਰਪਾ ਕਰਦੇ ਆ। ਜੋ ਕਾਲਤ ਹੈ ਕਾਲਕ ਨੇ ਰਹਿ। ਜਿਹੜੇ ਸੇਵਾ ਕਰਦੇ ਆ ਬੜੀ ਡਾਢੀ ਘਾਲ ਘਾਲਦੇ ਆ। ਸੁੰਦਰ ਸਰ ਕੀ ਬਨੀ ਸੁਪਾਨ। ਤੋ ਇਸ ਤਰ੍ਹਾਂ ਮਹਾਰਾਜ ਦੀ ਮਿਹਰ ਭਰੀ ਦ੍ਰਿਸ਼ਟੀ ਹੋ ਰਹੀ ਹੈ ਸਿੱਖਾਂ ਤੇ ਸੇਵਾ ਕਰਦਿਆਂ ਤੇ ਇਸ ਤਰ੍ਹਾਂ ਸਾਧ ਸੰਗਤ ਦੀ ਸੇਵਾ ਕਰਦਿਆਂ ਬਹੁਤ ਸੁੰਦਰ ਹੁਣ ਪੌੜੀਆਂ ਤਾਂ ਪੱਕੀਆਂ ਬਣ ਚੁੱਕੀਆਂ ਹਨ। ਬਾਹੀ ਚਾਰਹ ਕੋਨ ਸਮਾਨ। ਚਾਰੇ ਬਾਹੀਆਂ ਇੱਕੋ ਜਿਹੀਆਂ ਹੋ ਗਈਆਂ, ਪੱਕੀਆਂ ਹੋ ਗਈਆਂ। ਸੁੰਦਰ ਪੌੜੀਆਂ ਚਾਰੇ ਚਫੇਰੇ ਸਰੋਵਰ ਦੇ ਬਣ ਗਈਆਂ ਹਨ। ਹਰ ਮੰਦਰ ਕੀ ਕੁਰਸੀ ਪਈ। ਤੇ ਇਧਰ ਜਿਹੜੀ ਹਰਮੰਦਰ ਸਾਹਿਬ ਦੀ ਕੁਰਸੀ ਹੈ, ਭਾਵ ਜਿੱਥੋਂ ਤੀਕਰ ਹੁਣ ਫਰਸ਼ ਹੈ ਨਾ, ਇਹਦੋਂ ਥਲੇ ਵਾਲਾ ਸਥਾਨ ਸਾਰਾ ਬਣ ਗਿਆ ਹੈ। ਪਰ ਬ੍ਰਿਤ ਬਰਖਾਰ ਤੋ ਜਗ ਪਈ। ਤੇ ਇੰਨੇ ਨੂੰ ਅਜੇ ਇੰਨਾ ਕੁ ਸਥਾਨ ਹਰਮੰਦਰ ਸਾਹਿਬ ਬਣਿਆ ਤੇ ਉਹਨੇ ਨੂੰ ਸਾਧ ਸੰਗਤ ਜੀ ਜਿਹੜੀ ਵਰਖਾ ਵਰਾਉਣ ਤੇ ਬੱਦਲ ਆ ਗਏ ਆ। ਭਾਦਰੋਂ ਸਾਉਣ ਦਾ ਮਹੀਨਾ, ਜਿਹੜੀ ਇਹਨੂੰ ਬਰਸਾਤ ਰੁੱਤ ਕਹਿੰਦੇ ਆ, ਬਰਸਾਤ ਰੁੱਤ ਆਰੰਭ ਹੋਣੀ ਸ਼ੁਰੂ ਹੋ ਗਈ। ਸਾਉਣ ਦਾ ਮਹੀਨਾ ਚੜਿਆ ਹੈ। ਸ਼੍ਰੀ ਸਤਿਗੁਰ ਨੇ ਤਾਲ ਬਨਾਵਾ। ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਸਾਉਣ ਚੜ੍ਹਦਿਆਂ ਤੱਕ ਇਹ ਸਾਰਾ ਹੀ ਸਰੋਵਰ ਪੂਰਾ ਕਰਵਾ ਦਿੱਤਾ। ਪਾਸਿਓਂ ਪੌੜੀਆਂ ਪੱਕੀਆਂ ਕਰਵਾ ਦਿੱਤੀਆਂ ਹਨ। ਮਨਹ ਭਰਨ ਕੋ ਘਨ ਉਮਡਾਵਾ। ਤੇ ਅੱਜ ਸਰੋਵਰ ਪੂਰਾ ਹੋਇਆ, ਪੌੜੀਆਂ ਪੱਕੀਆਂ ਬਣੀਆਂ ਤੇ ਬੱਦਲ ਵੀ ਚੜ੍ਹ ਆਏ ਆ। ਕਵੀ ਜੀ ਕਹਿੰਦੇ ਆ ਮਾਨੋ ਵੀ ਜਿਵੇਂ ਬੱਦਲਾਂ ਨੂੰ ਚਾਅ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਸਰੋਵਰ ਬਣਵਾ ਦਿੱਤਾ ਤੇ ਹੁਣ ਭਰਨ ਦੀ ਸੇਵਾ ਅਸੀਂ ਲਵਾਂਗੇ। ਅਸੀਂ ਇਹ ਸਰੋਵਰ ਨੂੰ ਭਰ ਦਈਏ ਬਾਰਿਸ਼ ਨਾਲ। ਘਟਾ ਘੁਮੰਡ ਕਰ ਨਭ ਮਹਿ ਆਈ। ਤੇ ਇਸ ਤਰ੍ਹਾਂ ਘੁੰਮ ਘੇਰੀਆਂ ਪਾਉਂਦੀ ਹੋਈ ਬਦਲਾਂ ਦੀਆਂ ਘਟਾਵਾਂ ਮੰਡਲੀਆਂ ਅਸਮਾਨ ਵਿੱਚ ਆਣ ਚੜੀਆਂ ਹਨ। ਕਬਹ ਸ਼ਾਮ ਸਿਤ ਕਬ ਬਿਦਤਾਈ। ਕਿਤੇ ਬੱਦਲ ਚੜੇ ਆਉਂਦੇ ਆ ਚਿੱਟੇ, ਕਿਤੇ ਕਾਲੇ ਬੱਦਲ, ਬੜੇ ਵੱਡੀ ਘਟਾ ਚੜ ਆਈਆਂ ਹਨ। ਨਿਰਮਲ ਜਲ ਕੋ ਛੋਰਨ ਕਰੈ। ਤੇ ਆਉਂਦਿਆਂ ਸਾਰ ਬਦਲਾਂ ਨੇ ਸਰਾਸਾਰ ਜਲ ਪਾਉਣਾ ਸ਼ੁਰੂ ਕਰ ਦਿੱਤਾ, ਬਾਰਿਸ਼ ਪਾ ਦਿੱਤੀ ਹੈ। ਗੁਰ ਕੋ ਰੁਖ ਲਖ ਸਰ ਕੋ ਭਰੈ। ਤੇ ਗਰੀਬ ਨਵਾਜ ਦਾ ਰੁਖ ਜਾਣ ਕੇ ਵੀ ਮਹਾਰਾਜ ਚਾਹੁੰਦੇ ਹੁਣ ਸਰੋਵਰ ਤਿਆਰ ਹੈ ਤੇ ਇਸ਼ਨਾਨ ਵਾਸਤੇ ਜਲ ਭਰਿਆ ਜਾਵੇ। ਮਹਾਰਾਜ ਦੇ ਮਨ ਦਾ ਰੁਖ ਵੇਖ ਕੇ ਬਦਲਾਂ ਸੇਵਾ ਲੈ ਲਈ ਤੇ ਸਾਰਾ ਜਿਹੜਾ ਸਰੋਵਰ ਉਹਦੇ ਵਿੱਚ ਬਾਰਿਸ਼ ਪਾਉਣੀ ਸ਼ੁਰੂ ਕਰ ਦਿੱਤੀ ਹੈ। ਝੁਕ ਹੈ ਮੇਘ ਜਨ ਲੱਗ ਹੈ ਅਵਨੀ। ਤੇ ਕਵੀ ਜੀ ਕਹਿੰਦੇ ਬੱਦਲ ਇੰਨੇ ਝੁਕ ਗਏ ਬਾਰਿਸ਼ ਪਾਉਂਦੇ ਮਾਨੋ ਧਰਤੀ ਦੇ ਨਾਲ ਆਣ ਲੱਗੇ ਹੋਣ। ਕੋਖਤ ਮਧਰ ਮਧਰ ਰਤ ਰਵਨੀ। ਤੇ ਬੜੀ ਸੁੰਦਰ ਮੌਸਮ ਹੋ ਰਿਹਾ, ਰਮਣੀਕ
ਤੇ ਝੋਕ ਝੋਕ ਕੇ ਬੱਦਲ ਬਾਰਿਸ਼ ਪਾ ਰਹੇ ਹਨ। ਸੁੰਦਰ ਜਲ ਸੋ ਪੂਰਨ ਕਰਿਓ, ਐਨ ਸੁੰਦਰ ਸੋਹਣੇ ਜਲ ਦੇ ਨਾਲ, ਪਵਿੱਤਰ ਜਲ ਨਾਲ ਇਹ ਸਾਰਾ ਸਰੋਵਰ ਲਬਾ ਲਬ ਭਰ ਦਿੱਤਾ ਹੈ। ਊਨਵ ਘਨ ਘਨ ਸ਼ੋਭਤ ਧਰਿਓ, ਤੇ ਇਸ ਤਰ੍ਹਾਂ ਕਹਿੰਦੇ ਨੀਵੇਂ ਹੋਏ ਬੱਦਲ ਬੜੇ ਸ਼ੋਭਾ ਪਾ ਰਹੇ ਆ। ਸ਼੍ਰੀ ਸਤਿਗੁਰ ਪਰਮਾਰਥ ਰੂਪ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਰਥ ਰੂਪ ਹਨ। ਸੱਚੇ ਪਾਤਸ਼ਾਹ ਪਵਿੱਤਰ ਪਰਮ ਅਰਥ ਭਾਵ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮੁਕਤੀ ਦਾ ਰਸਤੇ ਰੂਪ ਹਨ। ਕਰਿਓ ਬਿਲੋਕਣ ਤਾਲ ਅਨੂਪ, ਸੋ ਮੁਕਤੀ ਰੂਪ ਮੁਕਤੀ ਦਾਤੇ ਗੁਰੂ ਗਰੀਬ ਨਵਾਜ ਸਤਿਗੁਰਾਂ ਜਦੋਂ ਭਰਿਆ ਹੋਇਆ ਸਰੋਵਰ ਵੇਖਿਆ ਹੈ। ਸੰਗਤ ਸੰਗ ਸਿੱਖ ਸਮੁਦਾਏ, ਤੇ ਸਿੱਖਾਂ ਸੰਗਤਾਂ ਸਾਰੀਆਂ ਦੇ ਸਮੇਤ ਹੀਰ ਹੀਰ ਕਰ ਸਭ ਹਰ ਖਾਏ, ਸਭ ਵੇਖ ਵੇਖ ਕੇ ਤੇ ਬੜੇ ਖੁਸ਼ ਹੋ ਰਹੇ। ਪਾਵਨ ਪਵਿੱਤਰ ਅਜੇ ਕੱਲ ਬਣਿਆ ਸਰੋਵਰ ਤੇ ਅੱਜ ਲਬਾ ਲਬ ਭਰਿਆ ਹੋਇਆ ਹੈ। ਅਤ ਸੋਭਾ ਚਾਰਹੁ ਦਿਸ਼ ਮਾਹੀ, ਚਾਰ ਚਫੇਰੇ ਬੜੀ ਸੋਭਾ ਸਾਰ ਛਾ ਰਹੀ। ਜਿੱਥੇ ਸਾਧ ਸੰਗਤ ਜੀ ਕਦੇ ਜੰਗਲ ਸੀ, ਉਥੇ ਪਾਵਨ ਪਵਿੱਤਰ ਨਗਰ ਵਸਿਆ, ਸੋਹਣਾ ਸਰੋਵਰ ਬਣਿਆ ਹੋਇਆ ਤੇ ਠੰਡੇ ਮਿੱਠੇ ਜਲ ਪਵਿੱਤਰ ਨਾਲ ਭਰਿਆ ਹੋਇਆ ਹੈ। ਕਰ ਦਮ ਬਿਨ ਠਹਿਰਿਓ ਜਲ ਤਾਹੀ, ਚਿੱਕੜ ਤੋਂ ਬਿਨਾਂ ਐਨ ਨਿਤਰਿਆ ਹੋਇਆ ਜਲ ਸਰੋਵਰ ਵਿੱਚ ਖੜਿਆ ਹੋਇਆ ਹੈ। ਆਏ ਸੰਗਤਾਂ ਸੁਨ ਸੁਨ ਬ੍ਰਿੰਦ, ਤੇ ਦੂਰੋਂ ਲਾਗਿਓ ਜਦੋਂ ਪਤਾ ਲੱਗਿਆ ਵੀ ਮਹਾਰਾਜ ਨੇ ਜਲ ਵੀ ਸਰੋਵਰ ਵਿੱਚ ਭਰ ਦਿੱਤਾ ਹੈ, ਦੂਰੋਂ ਦੂਰੋਂ ਸੰਗਤਾਂ ਮਿਲ ਮਿਲ ਆਉਂਦੀਆਂ ਨੇ ਮੱਜਤ ਨਿਤ ਪ੍ਰਤ ਲਹਿਤ ਆਨੰਦ, ਤੇ ਆਣ ਆਣ ਕੇ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਆਨੰਦ ਪ੍ਰਾਪਤ ਕਰਦੀਆਂ ਹਨ। ਜਨਮ ਜਨਮ ਕੇ ਸੰਚਤ ਪਾਪੂ, ਇਸ਼ਨਾਨ ਕਰ ਕਰਕੇ ਜਨਮਾਂ ਜਨਮਾਂ ਦੇ ਇਕੱਠੇ ਕੀਤੇ ਹੋਏ ਜੋ ਪਾਪ ਹਨ, ਸਰ ਇਸ਼ਨਾਨ ਤੇ ਕੀਨ ਸਖਾਪੂ, ਉਹ ਸਾਰੇ ਇਸ਼ਨਾਨ ਦੇ ਨਾਲ ਨਾਸ਼ ਕਰ ਲੈਂਦੇ ਆ। ਕਰਹਿ ਪ੍ਰਕਰਮਾ ਫਿਰ ਚਾਹ ਫੇਰੇ, ਤੇ ਚੁਫੇਰੇ ਤੁਰ ਫਿਰ ਕੇ ਸੰਗਤਾਂ ਪਰਕਰਮਾ ਕਰਦੀਆਂ ਹਨ। ਸ਼ਬਦ ਪਠਹਿ ਫਲ ਪਾਏ ਕਨੇਰੇ, ਤੇ ਗੁਰਬਾਣੀ ਸ਼ਬਦ ਪੜ੍ਹਦੀਆਂ ਉੱਚੀ ਉੱਚੀ ਪਰਕਰਮਾ ਕਰਦਿਆਂ ਹੋਇਆਂ ਬੜਾ ਆਨੰਦ ਫਲ ਪ੍ਰਾਪਤ ਹੁੰਦਾ ਹੈ। ਕਰਹਿ ਕਾਮਨਾ ਤਤ ਛਿਨ ਪਾਵਹਿ, ਤੇ ਜਿਹੜੀ ਇੱਛਾ ਮਨ ਵਿੱਚ ਕੋਈ ਕਰਦਾ ਸਰੋਵਰ ਦਾ ਇਸ਼ਨਾਨ ਕਰਨ ਲੱਗਿਆਂ, ਕਵੀ ਜੀ ਕਹਿੰਦੇ ਉਸੇ ਦੀ ਉਹ ਇੱਛਾ ਪੂਰੀ ਹੋ ਜਾਂਦੀ ਹੈ। ਕਹਿਤ ਸਲਾਘਾ ਤਾਮਣ ਜਾਵਹਿ, ਤੇ ਆਪਣੇ ਘਰ ਘਰ ਜਾ ਕਰਕੇ ਪਿੰਡਾਂ ਵਿੱਚ ਜਾ ਜਾ ਸੰਗਤਾਂ ਬੜੀ ਸੋਭਾ ਕਰਦੀਆਂ। ਜਿਹੜੇ ਜਿਹੜੇ ਆਪਣੀਆਂ ਇੱਛਾ ਪੂਰੀਆਂ ਕਰ ਕਰ ਜਾਂਦੇ ਆ ਤੇ ਨਗਰਾਂ ਪਿੰਡਾਂ ਵਿੱਚ ਬੜਾ ਸੋਭਾ ਗਾਉਂਦੇ ਗੁਰੂ ਘਰ ਦੀ। ਜਹ ਸਿੱਖ ਸੰਗਤ ਕੋ ਹੋਏ ਮੇਲਾ, ਇਸ ਤਰ੍ਹਾਂ ਜਿੱਥੇ ਕਿੱਥੇ ਸਤ ਸੰਗਤ ਦਾ ਪਵਿੱਤਰ ਮੇਲ ਮਿਲਾਪ ਹੁੰਦਾ ਹੈ, ਸਤਤ ਸੁਨਾਏ ਸੁਤਾਲ ਸੁਹੇਲਾ, ਤੇ ਸੰਗਤਾਂ ਜਾ ਜਾ ਕੇ ਜਿੱਥੇ ਕੋ ਮਿਲਦਾ ਉੱਥੇ ਹੀ ਸਰੋਵਰ ਦੀ ਬੜੀ ਸਿਫਤ ਸ਼ਲਾਘਾ ਕਰਦੇ ਆ ਕਿ ਭਾਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਪਵਿੱਤਰ ਤਾਲ ਖਟਾਇਆ ਬਣਵਾਇਆ ਭਰ ਪੂਰਿਆ ਹੈ। ਤੇ ਉੱਥੇ ਇਸ਼ਨਾਨ ਕਰੀਏ, ਸਾਰੇ ਰੋਗ ਵੀ ਦੂਰ ਹੁੰਦੇ, ਪਾਪ ਕੱਟੇ ਜਾਂਦੇ, ਦੁੱਖ ਕਲੇਸ਼ ਨਾਸ਼ ਹੁੰਦਾ ਹੈ। ਤੇ ਉੱਥੇ ਹੀ ਮਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਅਤ ਰਮਣੀਕ ਬਨੀ ਜਿਹ ਸੋਭਾ, ਤੇ ਦੱਸਦੇ ਭਾਈ ਉਸ ਪਾਵਨ ਪਵਿੱਤਰ ਸਰੋਵਰ ਦੀ ਅਤ ਰਮਣੀਕ ਬਹੁਤ ਸੁੰਦਰ ਸੋਭਾ ਬਣੀ ਹੋਈ ਭਾਈ, ਵੇਖਣ ਯੋਗ ਹੈ। ਦੇਖਤ ਜਿਸ ਹੈ ਨ ਕਿਹੋ ਮਨ ਲੋਭਾ, ਤੇ ਕਿਹਦਾ ਮਨ ਜਿਹੜਾ ਲਾਲਚ ਵਿੱਚ ਨਾ ਆਵੇ, ਕੋਈ ਦੇਖੇ ਸਹੀ। ਆਪ ਸਤਿਗੁਰੂ ਕਾਰ ਕਰਾਵੈ, ਆਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥੀਂ ਲੱਗ ਕੇ ਸੰਗਤਾਂ ਦੇ ਵਿੱਚ ਸੇਵਾ ਕਰਵਾਉਂਦੇ ਆ। ਮੱਜਨ ਕੋ ਫਲ ਕਨੋ ਸੁਨਾਵੈ, ਤੇ ਸੱਚੇ ਪਾਤਸ਼ਾਹ ਜੀ ਇਸ਼ਨਾਨ ਦਾ ਫਲ ਬੜਾ ਸੁਣਾਉਂਦੇ ਸੰਗਤਾਂ ਨੂੰ। ਭਾਈ ਇਹ ਬੜਾ ਪਵਿੱਤਰ ਸਥਾਨ ਡਿੱਟੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਨਾਨਕ ਹਰ ਹਾਂ ਕਸਮਲ ਜਾਹੇ, ਨਹਾਇਆ ਰਾਮਦਾਸ ਸਰ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤੁਰਾਵੈ, ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਇਸ ਤੋਂ ਆਦਿਕ ਬੜੀ ਸੋਭਾ ਧੰਨ ਗੁਰੂ ਅਰਜਨ ਦੇਵ ਜੀ ਸਹਿਬਾਨ ਮਹਾਰਾਜ ਸਾਰੀਆਂ ਸੰਗਤਾਂ ਨੂੰ ਸੁਣਾ ਰਹੇ ਆ। ਬਸਰਿਓ ਸੋ ਜਸ ਦੇਸ ਪਰਦੇਸ, ਇਸ ਤਰ੍ਹਾਂ ਖਾਲਸਾ ਜੀ ਦੇਸਾਂ ਵਿਦੇਸਾਂ ਵਿੱਚ ਇਹ ਪਵਿੱਤਰ ਸਰੋਵਰ ਅੰਮ੍ਰਿਤ ਸਰੋਵਰ ਦਾ
ਬੜਾ ਸ਼ੋਭਾ ਛਾ ਰਹੀ ਹੈ, ਸਭ ਪਾਸੇ ਦੀ ਸਿਫਤ ਹੋ ਰਹੀ ਹੈ। ਸੁਨ ਸੁਨ ਆਵਹਿ ਸਿੱਖ ਵਿਸ਼ੇਸ਼। ਤੇ ਕਾਬਲ ਕੰਧਾਰ ਮੁਲਤਾਨ ਤੋਂ ਦੂਰੋਂ ਦਰਾਡਿਓਂ ਰੋਮ ਦੇਸ਼ ਤੀਕਰ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਹਨ। ਇਕ ਦਰਸ਼ਨ ਕੀ ਕਾਂਖਾ ਕਨੀ। ਏਕਾਂ ਦੇ ਮਨ ਵਿੱਚ ਦਰਸ਼ਨ ਦੀ ਬੜੀ ਇੱਛਾ ਹੋ ਰਹੀ ਹੈ। ਦੁਤੀਏ ਸਰ ਕੀ ਉਸਤਤ ਸੁਨੀ। ਤੇ ਦੂਜੀ ਜਦੋਂ ਸਰੋਵਰ ਦੀ ਉਸਤਤੀ ਸੁਣ ਲਈਏ, ਇੱਛਾ ਪਹਿਲਾਂ ਹੀ ਸਿੱਖਾਂ ਦੇ ਮਨ ਵਿੱਚ ਸੀ ਵੀ ਉੱਥੇ ਜਾਈਏ, ਮਹਾਰਾਜ ਦੇ ਪਾਸ ਦਰਸ਼ਨ ਕਰੀਏ, ਗੁਰੂ ਅਰਜਨ ਦੇਵ ਮਹਾਰਾਜ ਦੇ। ਤੇ ਨਾਲ ਜਦੋਂ ਕਿਸੇ ਤੋਂ ਸੁਣਦੇ ਵੀ ਉੱਥੇ ਹੁਣ ਸਰੋਵਰ ਵੀ ਲੱਗ ਚੁੱਕਾ ਹੈ ਤੇ ਹੋਰ ਆਨੰਦ ਹੁੰਦਾ, ਖਿੱਚ ਪੈਂਦੀ ਹੈ। ਚਿਤ ਮਹਿ ਚਾਂਪ ਅਧਿਕ ਕਰ ਆਵੈ। ਤੇ ਇਸ ਤਰ੍ਹਾਂ ਸੰਗਤਾਂ ਸਾਧ ਸੰਗਤ ਜੀ ਮਨ ਵਿੱਚ ਬੜਾ ਉਤਸ਼ਾਹ ਕਰ ਕਰਕੇ ਆਉਂਦੀਆਂ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲੇ ਦਰਸ਼ਨ ਕਰਾਂਗੇ ਤੇ ਨਾਲੇ ਸਰੋਵਰ ਦਾ ਇਸ਼ਨਾਨ ਕਰਾਂਗੇ। ਸਰ ਇਸ਼ਨਾਨ ਕਰ ਉਰ ਹਰ ਖਾਵੈ। ਤੇ ਸਰੋਵਰ ਦਾ ਇਸ਼ਨਾਨ ਕਰਕੇ ਬੜਾ ਮਨ ਵਿੱਚ ਖੁਸ਼ ਹੁੰਦੇ ਆ। ਦਰਸਹਿ ਸਤਿਗੁਰ ਕੋ ਸੁਖ ਪਾਏ। ਤੇ ਨਾਲੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਕਰਦੇ ਹਨ। ਅਨੇਕ ਭਾਂਤ ਕੋ ਸੁਜਸ ਸੁਨਾਏ। ਤੇ ਅਨੇਕਾਂ ਤਰ੍ਹਾਂ ਦੀ ਵਡਿਆਈ ਸੋਭਾ ਸੁਣਾ ਰਹੇ ਹਨ। ਅੱਗੇ ਦੀ ਅੱਗੇ ਸਭ ਨੂੰ ਸੋਭਾ ਕਰਦੇ ਵੀ ਬੜਾ ਸੁੰਦਰ ਸਥਾਨ ਹੈ। ਜਗ ਸਾਗਰ ਦੁਸ਼ਤਰ ਬੜ ਦਾਰੁਨ। ਤੇ ਮਹਾਰਾਜ ਦੀ ਸੋਭਾ ਕਰਦੇ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਜੀ, ਇਹ ਸਾਰਾ ਜਿਹੜਾ ਸੰਸਾਰ ਹੈ ਬੜਾ ਤਰਨਾ ਔਖਾ ਹੈ, ਬੜਾ ਦੁਸ਼ਤਰ ਹੈ, ਕਠਨ ਹੈ, ਦੁਖਦਾਈ ਹੈ, ਭਿਆਨਕ ਹੈ। ਤਿਸ ਤੇ ਆਪਣੇ ਦਾਸ ਉਬਾਰਨੋ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਾਰ ਸਮੁੰਦਰ ਤੋਂ ਆਪਦੇ ਸਿੱਖਾਂ ਭਗਤਾਂ ਦਾਸਾਂ ਨੂੰ ਤਾਰਨ ਵਾਸਤੇ ਕਰਿਓ ਸਭਨ ਪਰ ਵੱਡ ਉਪਕਾਰਾ। ਇਹ ਸਾਰਿਆਂ ਜੀਵਾਂ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਵੱਡਾ ਪਰਉਪਕਾਰ ਕੀਤਾ ਹੈ। ਧੰਨ ਧੰਨ ਗੁਰ ਸਿੱਖ ਦਤਾਰਾ। ਇਹ ਗੁਰਸਿੱਖਾਂ ਦੇ ਦਾਤੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮਹਾਰਾਜ ਆਪ ਧੰਨ ਹੋ ਜਿਨ੍ਹਾਂ ਨੇ ਸਾਡੀ ਕਲਿਆਣ ਵਾਸਤੇ, ਸਾਡੇ ਭਲੇ ਵਾਸਤੇ ਸਰੋਵਰ ਤਾਲ ਖਟਵਾਇਆ ਹੈ। ਇਤੇ ਆਦਿਕ ਜਸ ਜਗ ਮਹਿ ਭਇਓ। ਇਸ ਤੋਂ ਆਦਿਕ ਸਾਧ ਸੰਗਤ ਜੀ ਬਹੁਤ ਵਡਿਆਈ ਸਤਿਗੁਰਾਂ ਦੀ ਸੰਸਾਰ ਵਿੱਚ ਹੋ ਰਹੀ ਹੈ। ਦੂਨ ਚਗੁਨਾ ਹੋਏ ਨਿਤ ਨਯੋ। ਤੇ ਦਿਨ ਬਰ ਦਿਨ ਦੂਣ ਚੌਣੀ ਸੰਗਤ ਵੱਧ ਰਹੀ ਹੈ, ਰੌਣਕ ਮੇਲੇ ਵਧਨੇ ਸ਼ੁਰੂ ਹੋ ਗਏ ਹੈ। ਕਿਤਕ ਕਾਲ ਸਰ ਮਹਿ ਜਲ ਰਹਿਓ। ਤਾਂ ਫਿਰ ਸਾਧ ਸੰਗਤ ਜੀ, ਅੱਜ ਜਿਵੇਂ ਸਿਆਲ ਆਉਂਦਾ, ਕੁਝ ਕੁ ਮਹੀਨੇ ਤਾਂ ਸਰੋਵਰ ਦੇ ਵਿੱਚ ਮੀਂਹ ਦਾ ਪਾਣੀ ਜਿਹੜਾ ਸੀ ਇਕੱਠਾ ਹੋਇਆ ਰਿਹਾ, ਖੜਾ ਰਿਹਾ ਹੈ। ਬਹਰੋ ਸੋਖ ਸਰਬ ਨੇ ਲਹਿਓ। ਤੇ ਕੋਈ ਸਮਾਂ ਪਿਆ ਤੇ ਜਿਹੜਾ ਸਰੋਵਰ ਸੀ ਉਹ ਜਲ ਪੀਣ ਲੱਗ ਗਿਆ। ਉਹ ਸਾਰਾ ਜਿਹੜਾ ਜਲ ਸੀ ਉਹ ਸੁੱਕਣ ਲੱਗਿਆ ਧਰਤੀ ਵੱਲ ਨੂੰ। ਸ੍ਰੀ ਅਰਜਨ ਕੇ ਟਿਗ ਸਿੱਖ ਸਾਰੇ। ਤੇ ਸਿੱਖਾਂ ਜਦੋਂ ਵੇਖਿਆ ਵੀ ਹੁਣ ਸਰੋਵਰ ਤਾਂ ਖਾਲੀ ਹੋ ਗਿਆ, ਜਲ ਰਿਹਾ ਨਹੀਂ, ਸੁੱਕ ਗਿਆ ਸਾਰਾ, ਤੇ ਸਤਿਗੁਰਾਂ ਦੇ ਪਾਸ ਪਹੁੰਚੇ ਆ। ਸੰਪ੍ਰਮ ਜੁਤ ਕਰ ਜੋਰ ਉਚਾਰੇ। ਤੇ ਸਹਿਤ ਭ੍ਰਮ ਦੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ। ਇਹੋ ਤਾਲਣ ਮਹਿ ਦੋਸ਼ ਮਹਾਨਾ। ਵੀ ਸੱਚੇ ਪਾਤਸ਼ਾਹ ਜੀ ਪਿੱਛੋਂ ਲੈ ਕੇ ਰਾਜੇ ਮਹਾਰਾਜੇ ਵੀ ਤਾਲ ਖਟਾਉਂਦੇ ਰਹੇ ਹੈ, ਵੀ ਤਾਂ ਕਿ ਜੀਵਾਂ ਨੂੰ ਪਾਣੀ ਜਲ ਛਕਣ ਵਾਸਤੇ ਵੀ ਚਲੋ ਸਖਿਆਈ ਹੋਵੇ। ਤੇ ਆਪ ਜੀਆਂ ਤਾਂ ਮਹਾਰਾਜ ਤੀਰਥ ਰੂਪੇ ਪਾਵਨ ਸਰੋਵਰ ਲਵਾਇਆ, ਪਰ ਮਹਾਰਾਜ ਸਰੋਵਰਾਂ ਤਾਲਾਂ ਦਾ ਔਗਣ ਹੁੰਦਾ, ਇਹਨਾਂ 'ਚ ਔਗਣ ਹੁੰਦਾ ਵੀ ਇਹ ਜਲ ਨਹੀਂ ਠੱਲ ਸਕਦੇ, ਬਹੁਤਾ ਸਮਾਂ ਜਲ ਪੀ ਜਾਂਦੇ ਹਨ। ਮਹਾਨੀਰ ਸੋਖ ਹੈ ਜਿਸ ਥਾਨਾ। ਵੀ ਇਹ ਵੱਡਾ ਦੋਸ਼ ਹੁੰਦਾ ਸਰੋਵਰਾਂ ਦਾ ਵੀ ਜਿੰਨਾ ਮਰਜ਼ੀ ਪਾਣੀ ਭਰ ਲਈਏ ਸੁਕਾ ਲੈਂਦੇ ਹਨ। ਬਣਿਓ ਬਣਾਇਓ ਨਿਸ਼ਫਲ ਹੋਏ। ਤੇ ਮਹਾਰਾਜ ਇਸ ਆਪਣੇ ਸਰੋਵਰ ਨੇ ਸਾਰਾ ਹੀ ਜਲ ਛਕ ਲਿਆ, ਪੀ ਲਿਆ, ਜਿਸ ਕਰਕੇ ਬਣਿਆ ਬਣਾਇਆ ਮਹਾਰਾਜ ਸਾਰਾ ਨਿਫਲ ਹੋ ਗਿਆ, ਮਿਹਨਤ ਪੱਲੇ ਨਹੀਂ ਪਈ ਹੈ। ਬੀਚ ਨਾ ਠਹਿਰ ਸਕੈ ਜਲ ਸੋ ਜੋਏ। ਮਹਾਰਾਜ ਜਿਹੜਾ ਜਲ ਤੁਸਾਂ ਭਰਿਆ ਸੀ ਅੰਮ੍ਰਿਤ ਸਰੋਵਰ ਵਿੱਚ ਉਹ ਸੁੱਕ ਚੁੱਕਾ। ਇਹ ਅੰਮ੍ਰਿਤ ਸਰੋਵਰ ਦੇ ਵਿੱਚ ਜਲ ਨਹੀਂ ਰਿਹਾ, ਮਹਾਰਾਜ ਪੀ ਚੁੱਕਾ ਹੈ। ਕੇਤਿਕ ਤਾਲ ਰਹੇ ਇਸ ਭਾਂਤ। ਤੇ ਇਕੱਲਾ ਇਹ ਹੀ ਨਹੀਂ, ਮਹਾਰਾਜ ਹੁਣ ਤੀਕਰ ਬੜੇ ਸਰੋਵਰ ਬਣਦੇ ਆਏ ਹੈ,
ਤੇ ਉਹਨਾਂ ਦੀ ਇਹੀ ਕਮੀ ਔਗਣ ਹੁੰਦਾ ਵੀ ਪਾਣੀ ਨਹੀਂ ਖੜਦਾ, ਸੁੱਕ ਜਾਂਦੇ ਆ। ਬਿਨ ਜਲ ਤੇ ਸੂਕੇ ਗਿਰ ਜਾਤ। ਤੇ ਜਲ ਤੋਂ ਬਿਨਾਂ ਸਰੋਵਰ ਫਿਰ ਸੁੱਕ ਜਾਂਦੇ ਆ ਤੇ ਹੌਲੀ ਹੌਲੀ ਢਹਿ ਕੇ ਖਤਮ ਹੋ ਜਾਂਦੇ ਹਨ। ਮਹਾ ਬਿਗਨ ਇਹੋ ਤਾਲਣ ਕੀਰਾ। ਇਹ ਸਰੋਵਰਾਂ ਦੇ ਵਿੱਚ ਵੱਡਾ ਵਿਘਨ ਹੁੰਦਾ, ਸੋਕਾ ਪੈਣ ਦਾ, ਪਾਣੀ ਪੀਣ ਦਾ। ਜੋਰਾਵਰ ਕੇ ਸਰ ਮਹਿਰਾ। ਤੇ ਮਹਾਰਾਜ ਜੋ ਅਸੀਂ ਆਪਦੇ ਸਰੋਵਰ ਵਿੱਚ ਵੀ ਵੇਖ ਲਿਆ ਵੀ ਆਪਣਾ ਤੁਹਾਡਾ ਖਟਾਇਆ ਪਟਾਇਆ ਹੋਇਆ ਅੰਮ੍ਰਿਤਸਰ ਸਰੋਵਰ, ਇਹ ਵੀ ਮਹਾਰਾਜ ਸਾਰਾ ਜਲ ਛਕ ਗਿਆ, ਹੁਣ ਸੁੱਕ ਚੁੱਕਾ ਹੈ। ਨਹਿ ਉਪਾਏ ਇਸ ਦੋਸ਼ ਮਿਟਾਵਨ। ਤੇ ਕੋਈ ਮਹਾਰਾਜ ਉਪਾਅ ਹੱਲ ਨਹੀਂ ਹੈ ਵੀ ਆਪਾਂ ਔਗਣ ਮਿਟਾ ਸਕੀਏ, ਕੋਈ ਹੱਲ ਹੀ ਨਹੀਂ ਵੀ ਸਰੋਵਰ ਦਾ ਪਾਣੀ ਆਪਾਂ ਉਹਨੂੰ ਪੀਣ ਤੋਂ ਰੋਕ ਸਕੀਏ। ਸਰੋਵਰ ਦਾ ਜਲ ਸੁੱਕਣੋਂ ਕੋਈ ਰੋਕ ਨਹੀਂ ਸਕਦਾ, ਕੋਈ ਹੱਲ ਨਹੀਂ ਹੈ। ਜਿਸ ਤੇ ਹੋਏ ਨੀਰ ਠਹਿਰਾਵਨ। ਵੀ ਜਿਹੜਾ ਕੋਈ ਆਪਾਂ ਤਰੀਕਾ ਕਰਕੇ ਤੇ ਪਾਣੀ ਠੱਲ ਲਈਏ, ਮਹਾਰਾਜ ਅੱਜ ਦੇ ਸਮੇਂ ਵਿੱਚ ਕੋਈ ਤਰੀਕਾ ਨਹੀਂ ਹੈ। ਰਾਵਰ ਸਰਬ ਰੀਤ ਸਮਰੱਥ। ਬਾਕੀ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੇ ਪਾਸਿਆਂ ਤੋਂ ਸਮਰੱਥ ਹੋ। ਜਗ ਸਿਰਜਨ ਪੰਨਨ ਤੁਮ ਹੱਥੋ। ਸੰਸਾਰ ਨੂੰ ਪੈਦਾ ਕਰਨਾ, ਨਾਸ਼ ਕਰਨਾ ਤੁਹਾਡੇ ਹੱਥ ਹੈ। ਸੁਣ ਸਿੱਖਣ ਤੇ ਸਤਿਗੁਰ ਪੂਰੇ। ਇਸ ਤਰ੍ਹਾਂ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਪੂਰੇ ਸਤਿਗੁਰਾਂ ਨੇ ਸਿੱਖਾਂ ਤੋਂ ਜਦੋਂ ਸੁਣਿਆ ਵੀ ਮਹਾਰਾਜ ਸਰੋਵਰ ਤਾਂ ਜਲ ਪੀਣ ਲੱਗਿਆ, ਇਹਦੇ ਵਿੱਚ ਪਾਣੀ ਖੜਦਾ ਨਹੀਂ ਹੈ। ਸ਼੍ਰੀ ਮੁਖ ਤੇ ਭਾਖੇ ਬਚਰੂਰੇ। ਤੇ ਹਜ਼ੂਰ ਨੇ ਆਪਣੇ ਸ਼੍ਰੀ ਕੰਠ ਤੋਂ ਸੁੰਦਰ ਬਚਨ ਸੰਗਤ ਨੂੰ ਆਖਿਆ। ਇਸ ਤਲਾਬ ਕੋ ਤ੍ਰਿਪਤ ਨ ਹੋਈ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਅਸਲ ਵਿੱਚ ਜਲ ਸਰੋਵਰ ਤਾਂ ਪੀਂਦਾ, ਇਹਦੀ ਅਜੇ ਤ੍ਰਿਪਤੀ ਨਹੀਂ ਹੋਈ, ਅਜੇ ਰੱਜਿਆ ਨਹੀਂ ਹੈ। ਰੀਤ ਸੁਧਾਤੁਰ ਸਮਸਰ ਜੋਈ। ਤੇ ਇਹਦੀ ਰੀਤ ਜਿਹੜੀ ਨਾ ਸ਼ੁਧਾਤਰ ਭਾਵ ਪਿਆਸਿਆਂ ਵਰਗੀ ਰੀਤੀ ਇਹਦੀ ਹੁੰਦੀ ਹੈ ਸਰੋਵਰ ਦੀ। ਜਿਵੇਂ ਜਿੰਨਾ ਚਿਰ ਪਿਆਸਾ ਰੱਜੇ ਨਾ ਉਹਨਾਂ ਚਿਰ ਪੀਣੋਂ ਨਹੀਂ ਨਾ ਹਟਦਾ, ਜਿੰਨਾ ਚਿਰ ਇਹ ਸਰੋਵਰ ਦੀ ਪਿਆਸ ਨਾ ਬੁਝੀ ਪਾਣੀ ਦੀ, ਇਹ ਜਲ ਪੀਵੇਗਾ। ਸਰ ਸੰਤੋਖ ਥਾਨ ਜਿਸ ਪਾਵਨ। ਤੇ ਜਿੱਥੇ ਹੁਣ ਇਹ ਸਰੋਵਰ ਤੋਂ ਲਹਿੰਦੇ ਵਾਲੇ ਪਾਸੇ ਆਪਾਂ ਸੰਤੋਖ ਸਰ ਸਰੋਵਰ ਪਹਿਲਾਂ ਖੁਦਾਇਆ ਹੋਇਆ ਪਟਾਇਆ ਹੈ। ਤਹ ਕੀ ਕਰਹੁ ਕਾਰ ਇਤ ਲਿਆਵਨ। ਤੇ ਉਸ ਸਰੋਵਰ ਦੀ ਮਿੱਟੀ ਚੁੱਕ ਕੇ ਇਸ ਸਰੋਵਰ ਵਿੱਚ ਲੈ ਕੇ ਆਓ। ਤਿਸ ਮ੍ਰਿਤ ਕਾ ਤੇ ਹੋਏ ਸੰਤੋষ। ਤੇ ਉਹ ਸੰਤੋਖ ਸਰ ਸਰੋਵਰ ਹੈ। ਮਹਾਰਾਜ ਕਹਿੰਦੇ ਸੰਗਤ ਜੀ ਉਹਦੀ ਮਿੱਟੀ ਵਿੱਚ ਵੀ ਸੰਤੋਖ ਹੈ। ਉਹਦੀ ਮਿੱਟੀ ਲਿਆ ਕੇ ਤੇ ਇਹ ਸਰੋਵਰ ਦੇ ਥੱਲੇ ਥੜੇ ਤੇ ਸਾਰੀ ਪਾਈ ਜਾਵੇ ਤੇ ਇਹ ਸਰੋਵਰ ਨੂੰ ਸੰਤੋਖ ਆਵੇਗਾ, ਕਿਉਂਕਿ ਸੰਤੋਖ ਸਰ ਸਾਹਿਬ ਸਰੋਵਰ ਦੀ ਮਿੱਟੀ ਵਿੱਚ ਸੰਤੋਖ ਹੈ। ਸਗਲ ਬਿਨਾ ਸਹਿ ਤ੍ਰਿਸ਼ਨਾ ਦੋਸ਼। ਤੇ ਇਹਦੀ ਤ੍ਰਿਸ਼ਨਾ ਦਾ, ਪਿਆਸ ਦਾ ਔਗਣ ਸਾਰਾ ਨਾਸ਼ ਹੋ ਜਾਵੇਗਾ। ਬ੍ਰਿਧ ਆਦਿਕ ਸਿੱਖ ਸਗਰੇ ਜਾਵਹਿ। ਤੋ ਸਾਧ ਸੰਗਤ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਭਾਈ ਗੁਰਦਾਸ ਜੀ, ਭਾਈ ਭਗਤੂ ਜੀ, ਹੋਰ ਸਿਆਣੇ ਭਾਈ ਮੰਝ ਜੀ ਵਰਗੇ ਸਾਰੇ ਸਿੱਖ ਮਹਾਰਾਜ ਕਹਿੰਦੇ ਜਾਓ ਤੁਸੀਂ। ਏਕ ਬਾਰ ਜੇ ਤਿਕ ਤਰ ਲਿਆਵਹਿ। ਤੇ ਜਿੰਨੇ ਸਿੱਖ ਜਾਓ ਇੱਕ ਇੱਕ ਟੋਕਰੀ ਸਾਰੇ ਲੈ ਕੇ ਇੱਕੋ ਵਾਰੀ ਮਿੱਟੀ ਭਰ ਕੇ ਲੈ ਆਓ ਜਿੰਨੀ ਵੀ। ਸ਼੍ਰੀ ਅੰਮ੍ਰਿਤਸਰ ਮਹਿ ਸਭ ਪਾਵਹ। ਤੇ ਸਾਰੀ ਇਹ ਅੰਮ੍ਰਿਤਸਰ ਸਰੋਵਰ ਦੇ ਹੇਠਾਂ ਛਿੜਕਾ ਦਿਓ, ਵਿਛਾ ਦਿਓ ਮਿੱਟੀ, ਥੋੜੀ ਥੋੜੀ ਤਹਿ ਲਾ ਦਿਓ। ਦੇਹੁ ਸੰਤੋষ ਜਲ ਕੋ ਠਹਿਰਾਵਹ। ਤੇ ਇਹ ਸਰੋਵਰ ਨੂੰ ਸੰਤੋਖ ਦੇ ਕੇ ਨਾ ਮਿੱਟੀ ਦੁਆਰਾ ਤੇ ਪਾਣੀ ਠਹਿਰਾ ਲਓ, ਫਿਰ ਪਾਣੀ ਰੁਕ ਜਾਵੇਗਾ। ਸੁਣ ਸਤਿਗੁਰ ਕੇ ਵਾਕ ਸੁਹਾਏ। ਸੱਚੇ ਪਾਤਸ਼ਾਹ ਜੀਆਂ ਦੇ ਸੁੰਦਰ ਬਚਨ ਸਿੱਖਾਂ ਨੇ ਸੁਣੇ ਹਨ, ਸੋਹਣੇ ਲੱਗੇ, ਸੋਭਾ ਪਾਏ ਆ। ਸਿੱਖ ਇਕੱਤਰ ਭਏ ਸਮੁਦਾਏ। ਤੇ ਬੜੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋ ਗਈਆਂ ਹਨ। ਮਿਲ ਸੰਤੋਖ ਸਰ ਪਰ ਸਭ ਗਏ। ਤੇ ਸਭ ਸੰਗਤਾਂ ਮਿਲ ਕੇ ਸੰਤੋਖ ਸਰ ਸਾਹਿਬ ਸਰੋਵਰ ਗਏ। ਤੋ ਸਾਧ ਸੰਗਤ ਜੀ ਜਿੱਥੇ ਹੁਣ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਹੈ, ਬਸ ਇਹਦੇ ਲਹਿੰਦੇ ਵਾਲੇ ਪਾਸੇ ਸੰਤੋਖ ਸਰ ਸਾਹਿਬ ਸਰੋਵਰ ਆਪਾਂ ਅਕਸਰ ਹੀ ਜਾਂਦੇ ਨਹੀਂ, ਪਰ ਜਮਾਂ ਹੀ ਨਾਲ ਹੈ। ਕਾਰ ਸੇਵਾ ਦਾ ਡੇਰਾ ਜਿਹੜਾ ਨਾ ਦਿੱਲੀ ਵਾਲਿਆਂ ਦਾ, ਉਹ ਉੱਥੇ ਹੀ ਸਰੋਵਰ ਦੇ ਕੰਢੇ ਉੱਥੇ ਉਹ ਟਾਹਲੀ ਦਾ ਰੁੱਖ ਅਜੇ ਵੀ ਖੜਾ। ਅਸੀਂ ਪਿਛਲੇ ਹਫ਼ਤੇ ਦਰਸ਼ਨ ਕਰਕੇ ਆਏ ਹਾਂ ਸਿੰਘਾਂ ਨਾਲ ਵੀ, ਜਿੱਥੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਜਿਸ ਟਾਹਲੀ ਦੇ ਰੁੱਖ ਦੀ ਨਿਸ਼ਾਨਦੇਹੀ ਸਮਝ ਕੇ ਗੁਰੂ ਅਮਰਦਾਸ ਮਹਾਰਾਜ ਦਾ ਇਸ਼ਾਰਾ ਤੇ ਉੱਥੇ ਸਰੋਵਰ ਦਾ ਟੱਕ ਲਾਇਆ ਸੀ, ਜਿਹਦੇ ਥੱਲੇ ਬੈਠਦੇ ਸੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ। ਜਿਸ ਟਾਹਲੀ ਦੇ ਬ੍ਰਿਛ ਹੇਠਾਂ ਬੈਠ ਕੇ ਸੰਤੋਖੇ ਜੋਗੀ ਦੀ ਕਲਿਆਣ ਕੀਤੀ, ਉਹ ਸਾਧ ਸੰਗਤ ਜੀ ਉਹ ਨਿਸ਼ਾਨੀ ਵਜੋਂ ਥੋੜਾ ਉਹ ਮੁੱਢ ਰਹਿ ਗਿਆ। ਉੱਪਰੋਂ ਰੁੱਖੋਂ ਕੱਟਿਆ ਹੋਇਆ ਸੁੱਕਾ ਹੋਇਆ ਬ੍ਰਿਛ ਟਾਹਲੀ ਦਾ।
ਤੋ ਉਹ ਕਪੜੇ ਵਿੱਚ ਸੁੱਖ ਆਸਨ ਕੀਤਾ, ਉਹ ਜੜ ਹੇਠਾਂ ਧਰਤੀ ਵਿੱਚ ਹੀ ਆ, ਉਹ ਆਪ ਦਰਸ਼ਨ ਕਰੋ ਉਹਦੇ। ਜਿੱਥੇ ਆ ਹੁਣ ਜਿਹਨੂੰ ਹਿਸਟੋਰੀਕਲ ਸਟਰੀਟ ਕਹਿੰਦੇ ਆ, ਇਤਿਹਾਸਕ ਗਲੀ ਬਣਾਈ ਹੋਈ ਜਿੱਥੇ ਕਾਰ ਪਾਰਕਿੰਗ ਹੈ। ਤੇ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੀ ਇਸ ਗਲੀ ਮੁੱਖ ਦੇ ਵਿੱਚ ਦੀ, ਤੇ ਜਿੱਥੇ ਮਹਾਰਾਣਾ ਰਣਜੀਤ ਸਿੰਘ ਸਾਹਿਬ ਜੀਆਂ ਦਾ ਉਹ ਬੁੱਤ ਲੱਗਾ ਹੋਇਆ, ਉਹਦੇ ਇੱਥੋਂ ਖੱਬੇ ਹੱਥ ਥੋੜਾ ਹੋ ਜਾਈਏ ਤੇ ਬਸ ਤਕਰੀਬਨ ਵੀ 200 ਮੀਟਰ ਤੇ ਜਾ ਕੇ ਫਿਰ ਅੰਦਰ ਨੂੰ ਗਲੀ ਸਿੱਧੀ ਸੰਤੋਖਸਰ ਸਾਹਿਬ ਸਰੋਵਰ ਜਾਂਦਾ। ਬਿਲਕੁਲ ਨਾਲ ਹੀ ਆ ਉਹ, ਸ਼ਹਿਰ ਕਰਕੇ ਉਹ ਲੱਗਦਾ ਜਿਵੇਂ ਕਹੀਏ ਵੀ ਅਕਾਲ ਤਖਤ ਸਾਹਿਬ ਦੇ ਮਗਰੇ ਹੀ ਹੈ ਬਸ ਉਹ ਸੰਤੋਖਸਰ ਸਾਹਿਬ ਦਾ ਪਾਵਨ ਸਰੋਵਰ। ਤਾਂ ਮਹਾਰਾਜ ਨੇ ਆਖਿਆ ਵੀ ਸੰਤੋਖਸਰ ਸਾਹਿਬ ਸਰੋਵਰ ਦੀ ਮਿੱਟੀ ਲਿਆਓ, ਉਹਦੇ ਵਿੱਚ ਸੰਤੋਖ ਹੈ, ਇਹਦੇ ਹੇਠਾਂ ਛੱਟਾ ਦੇ ਦਿਓ ਤੇ ਇਹ ਸਰੋਵਰ ਪਾਣੀ ਪੀਣੋਂ ਹਟ ਜਾਵੇਗਾ। ਬਾਬਾ ਬੁੱਢਾ ਜੀ ਤੋਂ ਆਦਿਕ ਸ਼ਰਧਾ ਵਾਲੇ ਸਿੱਖਾਂ ਮਹਾਰਾਜ ਦੀ ਇਸ ਤਰ੍ਹਾਂ ਰਸਨਾ ਤੋਂ ਪਾਵਨ ਪਵਿੱਤਰ ਬਚਨ ਸੁਣੇ ਤੇ ਸਭ ਪਹੁੰਚੇ ਆ। ਤਹ ਕੀ ਮ੍ਰਿਤ ਕਿਆ ਲਿਆਵਤ ਭਏ। ਤੇ ਸੰਤੋਖਸਰ ਸਾਹਿਬ ਸਰੋਵਰ ਦੀ ਮਿੱਟੀ ਕੁਝ ਲੈ ਆਏ ਹਨ। ਇਹਦੀ ਮਿੱਟੀ ਚੀਕਣੀ ਸੀ ਉਹਨਾਂ ਸਮਿਆਂ ਵਿੱਚ, ਦੱਸਦੇ ਆ। ਜਿਤਕ ਧਾਲ ਅੰਤਰ ਵਿਸਤਾਰਾ। ਤੇ ਜਿੰਨੀ ਕੋ ਮਿੱਟੀ ਲਿਆਂਦੀ ਸਾਰੀ ਸਰੋਵਰ ਦੇ ਹੇਠਾਂ ਹੇਠਾਂ ਵਿਛਾ ਦਿੱਤੀ ਹੈ, ਸਿੱਟ ਦਿੱਤੀ ਹੈ। ਤਰ ਹਰਮੰਦਰ ਚਹੁੰ ਦਿਸ ਸਾਰਾ। ਤੇ ਹਰਮੰਦਰ ਸਾਹਿਬ ਦੇ ਜਿਹੜੇ ਸਵਰਗ ਦੁਆਰੀਆਂ ਥੱਲੇ ਉਹਨਾਂ ਦੇ ਵਿੱਚ ਵੀ ਪਾਸੇ ਆਸੇ ਵੀ ਸਾਰੇ ਪਾਸੇ ਮਿੱਟੀ ਖਿਲਾਰ ਦਿੱਤੀ ਹੈ। ਮ੍ਰਿਤਕਾ ਸਗਲ ਥਾਨ ਪਸਰਾਈ। ਸਿੱਖਾਂ ਨੇ ਟੋਕਰੀਆਂ ਭਰ ਭਰ ਉਹ ਚੀਕਨੀ ਮਿੱਟੀ ਸੰਤੋਖਸਰ ਸਾਹਿਬ ਸਰੋਵਰ ਦੀ ਸਾਰੇ ਸਰੋਵਰ ਵਿੱਚ ਵੀ ਵਿਛਾ ਦਿੱਤੀ, ਹਰਮੰਦਰ ਸਾਹਿਬ ਦੇ ਹੇਠਾਂ ਵੀ ਵਿਛਾ ਦਿੱਤੀ ਹੈ। ਸਤਿਗੁਰ ਕਹਿ ਕਰ ਸਭ ਬਿਥਰਾਈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਕਹਿ ਕੇ ਸਿੱਖਾਂ ਤੋਂ ਇਹ ਸਾਰਾ ਕਾਰਜ ਕਰਵਾਇਆ, ਮਿੱਟੀ ਖਲਵਾਰੀ ਹੈ। ਬਹੁਰ ਨੀਰ ਸ਼ੁਸ਼ਕਿਓ ਨਹਿ ਕਬੈ। ਤੇ ਫਿਰ ਸਰੋਵਰ ਵਿੱਚ ਜਲ ਭਰ ਦਿੱਤਾ ਗਿਆ। ਤੇ ਸਾਥ ਜੋ ਉਸ ਤੋਂ ਬਾਅਦ ਅੱਜ ਦੇ ਦਿਨ ਤੱਕ ਕਦੇ ਸਰੋਵਰ ਵਿੱਚ ਜਲ ਨਹੀਂ ਸੁੱਕਾ ਹੈ, ਭਰਿਆ ਰਹਿੰਦਾ ਹੈ। ਪੂਰਨ ਰਹਿਓ ਭਰਿਓ ਜਲ ਸਬੈ। ਤੇ ਜਿੰਨਾ ਭਰ ਦਿੰਦੇ ਹੋ ਸਾਰੇ ਸਰੋਵਰ ਦਾ ਜਲ ਫਿਰ ਉਸੇ ਤਰ੍ਹਾਂ ਹੀ ਖੜਾ ਰਹਿੰਦਾ ਰਿਹਾ। ਮਹਾਰਾਜ ਨੇ ਇਸ ਤਰ੍ਹਾਂ ਕਲਾ ਵਰਤਾਈ, ਸੰਤੋਖ ਬਖਸ਼ਿਆ ਹੈ। ਸਿੱਖ ਸੰਗਤ ਸਮੁਦਾਇ ਆਨੰਦ। ਸਾਰੀਆਂ ਸਿੱਖ ਸੰਗਤਾਂ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ, ਬੜਾ ਆਨੰਦ ਹੁੰਦਾ ਹੈ। ਮੱਜਤ ਕਲ ਮਲ ਹਤ ਹੈ ਬਿਲੰਦ। ਤੇ ਬਹੁਤੇ ਕੀਤੇ ਹੋਏ ਪਾਪ ਜਿਹੜੇ ਆ ਨਾ ਸਾਰੇ ਦੇ ਸਾਰੇ ਇਸ ਸਰੋਵਰ ਦੇ ਪਾਵਨ ਪਵਿੱਤਰ ਇਸ਼ਨਾਨ ਦੇ ਨਾਲ ਫਿਰ ਦੂਰ ਹੁੰਦੇ ਆ। ਉਦੋਂ ਵੀ ਹੁੰਦੇ ਰਹੇ, ਫੇਰ ਵੀ ਹੁੰਦੇ ਰਹੇ, ਹੁਣ ਵੀ ਹੁੰਦੇ ਰਹੇ ਤੇ ਅਗਾਂਹ ਵੀ ਹੁੰਦੇ ਰਹਿਣਗੇ। ਇਹ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਕਥਾ ਆਪ ਜੀਆਂ ਸਤ ਸੰਗਤ ਦੀ ਜਥਾ ਸ਼ਰਵਣ ਕੀਤੀ, ਆਪ ਜੀ ਕੇ ਹਿਰਦੇ ਵਿੱਚ ਵਸੇ। ਅੱਗੇ ਫਿਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਹਰਮੰਦਰ ਸਾਹਿਬ ਦੀ ਫਿਰ ਇਹ ਥੜਾ ਵੱਜ ਗਿਆ ਸੀ ਹੇਠਲਾ, ਜਿੱਥੇ ਹੁਣ ਫਰਸ਼ ਹੈ, ਇੱਥੋਂ ਤੀਕਰੇ ਤੋਂ ਹੇਠਾਂ। ਤੇ ਇਸ ਤੋਂ ਬਾਅਦ ਫਿਰ ਅੱਗੇ ਹਰਮੰਦਰ ਸਾਹਿਬ ਦੀ ਉਸਾਰੀ ਸਤਿਗੁਰਾਂ ਕਰਵਾਈ। ਤੇ ਉਸ ਤੋਂ ਬਾਅਦ ਖਾਲਸਾ ਜੀ ਫਿਰ ਨਾਲ ਨਾਲ ਮਹਾਰਾਜ ਨੇ ਅੰਮ੍ਰਿਤਸਰ ਸ਼ਹਿਰ ਵੀ ਵਸਾਉਣਾ ਸ਼ੁਰੂ ਕਰ ਦਿੱਤਾ ਸੀ। ਪਾਸਿਓਂ ਵਪਾਰੀ ਲਿਆ ਕੇ ਜਿਵੇਂ ਫਿਰ ਆਣ ਕੇ ਇੱਥੇ ਰਹਿਣ ਲੱਗੇ। ਉਹ ਸਾਰੀ ਕਥਾ ਦਾ ਵੇਰਵਾ ਅੱਗੇ ਜਿਵੇਂ ਆਵੇਗਾ, ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਸਰਵਣ ਕਰੀਏ। ਤੋ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਇਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਅੰਮ੍ਰਿਤ ਰੂਪ ਗਾਥਾ, ਜਿਹਦੇ ਵਿੱਚ ਕੁਝ ਸਿੱਖਾਂ ਦੇ ਖਾਲਸਾ ਜੀ ਪ੍ਰਸੰਗ ਹੋਰ ਵੀ ਆਉਣੇ, ਭਾਈ ਲੰਗਾ ਜੀ ਵਰਗਿਆਂ ਦੇ ਇਤਿਆਦਿਕ, ਉਹ ਸਾਰੇ ਪ੍ਰਸੰਗ ਆਪਾਂ ਜਥਾਉਣਗੇ, ਸਰਵਣ ਕਰਾਂਗੇ। ਇੱਥੇ ਹੁਣ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਹੁਰ ਨੀਰ ਸ਼ੁਸ਼ਕਿਓ ਨਹਿ ਕਬੈ। ਪੂਰਨ ਰਹਿਓ ਭਰਿਓ ਜਲ ਸਬੈ। ਸਿੱਖ ਸੰਗਤ ਸਮੁਦਾਇ ਆਨੰਦ। ਮੱਜਤ ਕਲ ਮਲ ਹਤ ਹੈ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।